ਕੁਛ ਕੁ ਧਾਰਾਵਾਂ ਇੱਦਾਂ ਦੀਆਂ ਹੈਗੀਆਂ ਆ ਇਸ ਐਕਟ ਦੇ ਤਹਿਤ ਜਿਹੜੀਆਂ ਬਿਲਕੁਲ ਗੈਰ ਕਾਨੂੰਨ ਆ। ਬਿਲਕੁਲ। ਤੇ ਉਹਨਾਂ ਦੇ ਵਿੱਚ ਇਹਨਾਂ ਬਾਬਿਆਂ ਦਾ ਵੀ ਕੋਈ ਕਿਤੇ ਜ਼ਿਕਰ ਆਉਂਦਾ ਜਾਂ ਇਹਨਾਂ ਦੇ ਸੰਬੰਧ ਦੇ ਨਾਲ ਕੋਈ ਹੈਗੀ ਆ? ਜਿਹੜੀਆਂ 31 ਮਤਲਬ ਬੈਨ ਪ੍ਰੈਕਟਿਸਿਸ ਆ, ਹਾਂਜੀ, ਉਹ ਤੇ ਆਪਣੇ ਆਪ ਵਿੱਚ ਇਲੀਗਲ ਹੈ ਜੀ। ਤੇ ਉਹਨਾਂ ਵਿੱਚੋਂ ਇੱਕ ਜਿਹੜੀ ਮਤਲਬ ਫੇਕ ਤੁਸੀਂ ਕਲੇਮ ਕਰਦੇ ਆ ਕਿ ਵੀ ਅਸੀਂ ਤੁਹਾਨੂੰ ਠੀਕ ਕਰ ਸਕਦੇ ਆ, ਮਤਲਬ ਇਹੋ ਇੱਕ ਟਾਈਪ ਦੇ ਨਾਲ ਜਿਹੜਾ ਝੂਠਾ ਵਾਅਦਾ ਕਰਨਾ ਕਿਸੇ ਨਾਲ ਜੀ, ਉਹ ਵੀ ਆਪਣੇ ਆਪ ਵਿੱਚ ਉਹ 31ਵੀਂ ਉਹ ਵੀ ਇੱਕ ਮਤਲਬ 31 ਵਿੱਚੋਂ ਇੱਕ ਹੈਗਾ ਆ ਜੀ। ਤੇ ਉਹ ਜਿਵੇਂ ਉਹ ਕਹਿ ਰਹੇ ਨੇ ਵੀ ਜੇ ਉਹ ਕਹਿੰਦਾ ਵੀ ਤੁਹਾਡਾ ਮਤਲਬ ਸਰੀਰ ਚੱਲਦਾ ਨਹੀਂ ਹੈ ਜਾਂ ਕੋਈ ਉਹ ਗਲਤ ਫਾਰਮੇਸ਼ਨ ਹੋਈ ਆ, ਮੈਂ ਉਹਨੂੰ ਠੀਕ ਕਰ ਦਊਂਗਾ, ਇਹ ਸਾਰਾ ਕੁਝ ਜਿਹੜਾ ਆ ਜਦੋਂ ਕਿ ਉਹਨੂੰ ਇਹ ਖੁਦ ਪਤਾ ਕਿ ਇਹ ਹੋ ਨਹੀਂ ਸਕਦਾ, ਉਹ ਕਰਨ ਦਾ ਦਾਵਾ ਕਰਦਾ ਹੈ ਜੀ, ਇਹ ਮਤਲਬ ਜਿਹੜਾ ਹੈ ਅਗੇਂਸਟ ਦਾ ਲਾਅ ਆ ਜੀ। ਤਾਂ ਉਹਨੂੰ ਉਹਦੇ ਤੇ ਮਤਲਬ ਜਿਹੜਾ ਹੈ ਤੁਸੀਂ ਇਹ ਜਿਹੜਾ ਉਹਨਾਂ ਨੂੰ ਰਿਪੋਰਟ ਕੀਤਾ ਜਾ ਸਕਦਾ ਹੈ ਜੀ ਜੀ। ਉਹਦੇ ਵਿੱਚ ਪਿਆਰੇ ਦਰਸ਼ਕੋ ਉਹ ਇਹ ਗੱਲ ਕਹਿੰਦੇ ਆ ਕਿ ਫਾਲਸਲੀ ਕਲੇਮਿੰਗ that a product is available to cure illness, dysfunction or malformation। ਜਿਹਦਾ ਜਿਹੜਾ ਹੈਗਾ ਵਿਧੀ ਜੀ ਉਹਨਾਂ ਨੇ ਜ਼ਿਕਰ ਕੀਤਾ ਕਿ ਜਿਵੇਂ ਕੋਈ ਬੰਦਾ ਹੈ ਉਹਨੂੰ ਕਿਤੇ ਬਚਪਨ ਦੇ ਵਿੱਚ ਪੋਲੀਓ ਹੋ ਗਿਆ, ਉਹਦੀ ਲੱਤ ਖਰਾਬ ਹੋ ਗਈ, ਕੋਈ ਬੱਚਾ ਜਿਹੜਾ ਹੈਗਾ ਉਹ ਡਿੱਗ ਪਿਆ, ਉਹਦੀ ਬਾਂਹ ਟੁੱਟ ਗਈ, ਉਹਦੀ ਜਿਹੜੀ ਹੈਗੀ ਆ ਬਾਂਹ ਨੂੰ ਬੰਨ੍ਹ ਕੇ ਦਿੱਤਾ ਤੇ ਉੱਥੇ ਵਿੰਗ ਪੈ ਗਿਆ ਤੇ ਉਹ ਕਹਿੰਦਾ ਵੀ ਮੈਂ ਆਪਣੇ ਜਾਦੂ ਮੰਤਰ ਦੇ ਨਾਲ ਕੁਛ ਇੱਦਾਂ ਦਾ ਕਰ ਸਕਦਾ, ਜਾਂ ਜਿਹੜੀ ਕੋਈ ਚੀਜ਼ ਆ ਤੁਹਾਡੇ ਸਰੀਰ ਦਾ ਜਿਹੜੀ ਚੀਜ਼ ਆ ਉਹ ਕੰਮ ਨਹੀਂ ਕਰ ਰਹੀ ਹੈਗੀ, ਬਿਲਕੁਲ ਕੋਈ ਮੰਨ ਲਓ ਸਾਡੇ ਸਰੀਰ ਦਾ ਕੋਈ ਔਰਗਨ ਆ ਉਹ ਕੰਮ ਨਹੀਂ ਕਰ ਰਿਹਾ, ਤੇ ਉਹ ਫਿਰ ਇਹ ਕਲੇਮ ਕਰਦਾ ਕਿ ਮੈਂ ਤੁਹਾਡਾ ਆਹ ਜਿਹੜੀ ਪਾਠ ਪੜ੍ਹ ਕੇ ਜਾਂ ਕੁਛ ਆਹ ਕਰਕੇ ਉਹ ਤੁਹਾਨੂੰ ਕਰ ਸਕਦਾ, ਤੇ ਉਹ ਜਿਹੜਾ ਬਿਲਕੁਲ ਇਸ ਝੂਠ ਦੇ ਦਾਇਰੇ ਦੇ ਵਿੱਚ ਆਉਂਦਾ, ਇਹਦੇ ਕਾਨੂੰਨ ਦੇ ਤਹਿਤ ਜਿਹੜਾ ਹੈਗਾ ਉਹ ਬੰਦਾ ਫਸ ਸਕਦਾ। ਹਾਂਜੀ, ਇਹਦੇ 'ਚ ਆਪਾਂ ਜੇ ਇਹ ਵੀ ਸਾਡੇ ਲਈ ਮਤਲਬ ਜਾਣਨਾ ਜ਼ਰੂਰੀ ਹੈ ਜੀ ਵੀ ਜਦੋਂ ਅਸੀਂ ਮਤਲਬ ਜਿਹੜੀ ਸੁਸਾਇਟੀ ਆ ਦਾਨਸ਼ੀਲ ਸੁਸਾਇਟੀ ਆ, ਉਹ ਇਹਦੇ ਵਿੱਚ ਮਤਲਬ ਵਿਕਟਮ ਦੀ ਮਦਦ ਜਿਹੜੀ ਹੈ ਉਹਨਾਂ ਨੂੰ ਜਿਹੜੀ ਰੈਲੀਵੈਂਟ ਅਥਾਰਟੀ ਆ ਉਹਦੇ ਤੱਕ ਲਿਜਾਣ ਲਈ ਜਾਂ ਉਹਨਾਂ ਨੂੰ ਮਤਲਬ ਜਿਹੜੀ ਉਹ ਹੈਲਪ ਕਰ ਸਕਦੇ ਨੇ ਸਾਈਨ ਪੋਸਟਿੰਗ ਦੀ ਉਹ ਕਰ ਸਕਦੇ ਨੇ ਜੀ। ਪਰ ਇਹਦੇ 'ਚ ਜਿਹੜਾ ਘੱਟੋ ਘੱਟ ਜੇ ਕੋਈ ਵੀ ਮਤਲਬ ਵਿਅਕਤੀ ਕਹਿ ਰਿਹਾ ਕਿ ਮੇਰੇ ਨਾਲ ਆਹ ਇਹਨੇ ਦੱਸਿਆ ਸੀ ਇਹ ਕੀਤਾ ਨਹੀਂ, ਉਹਨੂੰ ਕੋਰਟ ਜਾਣ ਲਈ ਤਿਆਰ ਰਹਿਣ ਦੀ ਵੀ ਜ਼ਰੂਰਤ ਹੋ ਸਕਦੀ ਆ, ਤੇ ਡਾਕਟਰ ਤੋਂ ਲਿਖ ਕੇ ਲਿਆ ਜਾਣਾ ਚਾਹੀਦਾ ਕਿ ਜਿਹੜੀ ਬਿਮਾਰੀ ਉਹ ਕਹਿ ਰਿਹਾ ਉਹਦਾ ਹੱਲ ਜਿਹੜਾ ਆ ਉਹ ਇਹ ਨਹੀਂ ਕਰ ਸਕਦਾ, ਇਹਨੇ ਕਿਹਾ ਮੈਂ ਕਰੂੰਗਾ। ਯੈਸ, ਇਹ ਪੁਆਇੰਟ ਜਿਹੜਾ ਸਾਨੂੰ ਮਤਲਬ ਸਮਝਣ ਦੀ ਲੋੜ ਹੈ ਵੀ ਅਸੀਂ ਸੁਸਾਇਟੀ ਮਤਲਬ ਵਿਕਟਮ ਦੀ ਸਪੋਰਟ ਕਰ ਸਕਦੀ ਹੈ, ਸੁਸਾਇਟੀ ਆਪ ਵਿਕਟਮ ਦੇ ਤੌਰ ਤੇ ਨਹੀਂ ਬੋਲ ਸਕਦੀ। ਇਹ ਵੀ ਕਲੀਅਰ ਪੁਆਇੰਟ ਮਤਲਬ ਸਾਨੂੰ ਸਮਝਣਾ ਚਾਹੀਦਾ ਹੈ। ਬਿਲਕੁਲ, ਬਹੁਤ ਬਹੁਤ ਧੰਨਵਾਦ ਤੁਹਾਡਾ, ਤੁਸੀਂ ਵਿਧੀ ਜੀ ਇਹ ਪੁਆਇੰਟ ਜਿਹੜਾ ਹੈਗਾ ਕਲੀਅਰ ਕਰ ਦਿੱਤਾ ਕਿ ਜੇ ਅਗਰ ਤੁਸੀਂ ਕਿਸੇ ਬੰਦੇ ਦੇ ਖਿਲਾਫ ਕੰਪਲੇਂਟ ਕਰਦੇ ਆ ਤੇ ਸੁਸਾਇਟੀ ਤੁਹਾਡੀ ਹੈਲਪ ਕਰ ਸਕਦੀ ਆ, ਦਾਨਸ਼ੀਲ ਸੁਸਾਇਟੀ ਤੁਹਾਡੀ ਮਦਦ ਕਰ ਸਕਦੀ ਆ, ਪਰ ਉਹ ਤੁਹਾਡੇ ਬਿਹਾਫ ਤੇ ਤੁਹਾਡੇ ਲਈ ਕੇਸ ਜਿਹੜਾ ਆ ਜਾਂ ਉਹਦਾ ਪੈਰਵਾਈ ਆ ਉਹ ਵਿਕਟਮ ਨੂੰ ਮਤਲਬ ਆਪ ਉਹਨੂੰ ਦੱਸਣਾ ਪਊਗਾ ਇਹਨਾਂ ਕੀ ਹੋਇਆ। ਠੀਕ ਆ। ਤੇ ਦੂਸਰਾ ਜਿਹੜਾ ਇਹ ਤੁਸੀਂ ਕਹਿ ਰਹੇ ਨਾ ਵੀ 31 ਜਿਹੜੀਆਂ ਜੀ ਉਹਦੇ ਵਿੱਚ ਇਹ ਮਤਲਬ 3 ਟਾਈਪ ਦੀਆਂ ਮਤਲਬ ਪ੍ਰੈਕਟਿਸਿਸ ਮਤਲਬ ਹੋ ਸਕਦੀਆਂ ਹੈਗੀਆਂ। ਦੂਸਰੀ ਇਹ ਆ ਵੀ ਜੇ ਉਹ ਮਤਲਬ ਉਹ ਤੁਹਾਨੂੰ ਜੋ ਕਹਿੰਦਾ ਆ ਮੈਂ ਆਹ ਕਰੂੰਗਾ ਉਹ ਕਰ ਨਹੀਂ ਸਕਦਾ, ਪਰ ਉਹਨੂੰ ਪਤਾ ਹੈ ਵੀ ਮੈਂ ਨਹੀਂ ਕਰ ਸਕਦਾ, ਫਿਰ ਵੀ ਉਹ ਤੁਹਾਡੀ ਮਤਲਬ ਜਿਹੜੀ ਉਸ ਵਲਨਰੇਬਿਲਟੀ ਦਾ ਨਜਾਇਜ਼ ਫਾਇਦਾ ਲੈ ਰਿਹਾ ਹੈ, ਉਹਨੂੰ ਪਤਾ ਹੈ ਵੀ ਮਤਲਬ ਪਰ ਉਹਨੂੰ ਫਾਈਨੈਂਸ਼ੀਅਲ ਫਾਇਦਾ ਹੁੰਦਾ ਹੈ ਇਸ ਗੱਲ ਵਿੱਚ, ਪਰ ਉਹਨੂੰ ਇਹ ਵੀ ਪਤਾ ਵੀ ਮੈਂ ਇਹ ਗਲਤ ਦੱਸ ਕੇ ਲੈ ਰਿਹਾ ਹੈ ਤੇ ਇਹ ਵੀ ਮਤਲਬ ਜਿਹੜਾ ਅਗੇਂਸਟ ਦਾ ਲਾਅ ਹੈਗੀ ਆ ਗੱਲ। ਹਾਂਜੀ, ਹਾਂ। ਤੇ ਦੂਸਰਾ ਜੇ ਉਹਦੇ ਕੋਲ ਜਿਹੜਾ ਜਾਂਦਾ ਹੈ ਬੰਦਾ ਜੋ ਇੰਨਾ ਮਤਲਬ ਵਲਨਰੇਬਲ ਆ, ਉਹਨੂੰ ਮਤਲਬ ਜਿਹੜਾ ਉਹ ਜੋ ਕੁਛ ਉਹਦੇ ਲਈ ਗਿਆ ਜਿਸ ਕੰਮ ਲਈ ਹੋ ਗਿਆ, ਮੰਨ ਲਓ ਮੈਂ ਕਹਿੰਦਾ ਜੀ ਮੇਰਾ ਬੈਕ ਦੁਖਦੀ ਹੈ ਜਾਂ ਗੋਡਾ ਦੁਖਦਾ ਹੈ ਤੇ ਮੈਂ ਉਹਦੇ ਕੋਲ ਜਾਣਾ ਤਾਂ ਉੱਥੇ ਜਾ ਕੇ ਮੈਨੂੰ ਉਹ ਮਤਲਬ ਭਰਮਾ ਕੇ ਕਹਿੰਦਾ ਮਤਲਬ ਤੂੰ ਯਾਰ ਆਹ ਤੇਰੀ ਤਾਂ ਲੋਟਰੀ ਨਿਕਲ ਸਕਦੀ ਆ, ਆਹ ਮੈਨੂੰ ਤਾਂ ਉੱਪਰੋਂ ਏਦਾਂ ਹੁਕਮ ਆਇਆ ਤੇ ਏਦਾਂ ਹੋ ਸਕਦਾ, ਆਹ ਹੋ ਸਕਦਾ, ਤੇ ਉਹ ਫਿਰ ਮਤਲਬ ਜਿਹੜੇ ਕੰਮ ਲਈ ਉਹ ਗਿਆ ਹੁੰਦਾ ਉਹਨੂੰ ਹੋਰ ਚੀਜ਼ ਮਤਲਬ ਦੇ ਦੇਣੀ, ਇਹ ਵੀ ਉਹਦੇ ਡਿਸੀਜ਼ਨ ਨੂੰ ਮਤਲਬ ਬਦਲਣ ਜਾਂ ਉਹਨੂੰ ਇੰਪੇਅਰ ਕਰਨ ਵਿੱਚ ਉਹਨੂੰ ਪ੍ਰੋਪਰਲੀ ਉਹ ਆਪਣਾ ਫੈਸਲਾ ਨਹੀਂ ਲੈ ਸਕਦਾ ਹੁੰਦਾ। ਹਾਂਜੀ, ਹਾਂ। ਸੋ ਤੁਹਾਡੇ ਕਹਿਣ ਦਾ ਮਤਲਬ ਇਹ ਆ ਕਿ ਅਗਰ ਕੋਈ ਬੰਦਾ ਮੁਸੀਬਤ ਦੇ ਵੇਲੇ ਉਹਨਾਂ ਦੇ ਕੋਲ ਜਾਂਦਾ ਤੇ ਉਹ ਤੁਹਾਨੂੰ ਡਰਾਉਂਦੇ ਆ, ਕੋਈ ਹੁੰਦਾ ਵੀ ਜੇ ਤੂੰ ਆ ਪਾਠ ਨਾ ਕਰਵਾਇਆ ਤਾਂ ਤੇਰੀ ਜਿਹੜੀ ਦੂਜੀ ਲੱਤ ਵੀ ਟੁੱਟ ਜਾਣੀ ਆ ਜਾਂ ਤੇਰਾ ਕੋਈ ਹੋਰ ਨੁਕਸਾਨ ਹੋ ਜਾਣਾ, ਜਾਂ ਤੁਹਾਨੂੰ ਕੋਈ ਲਾਲਚ ਦੇਣਾ ਕਿ ਅਗਰ ਤੁਸੀਂ ਆਹ ਕਰੋਗੇ ਤੇ ਤੁਹਾਨੂੰ ਆਹ ਹੋਊਗਾ। ਜਿਵੇਂ ਬਹੁਤ ਸਾਰੀਆਂ ਜਿਹੜੀਆਂ ਹੈਗੀਆਂ ਸੋਸ਼ਲ ਮੀਡੀਆ 'ਤੇ ਖਾਸ ਕਰਕੇ ਜਿਹੜੀਆਂ ਹੈਗੀਆਂ ਇਹ ਵੀਡੀਓਜ਼ ਅਕਸਰ ਦੇਖੀਆਂ ਜਾਂਦੀਆਂ ਕਿ ਜੀ ਸਾਡੇ ਕੋਲੋਂ ਲੋਟਰੀ ਦੇ ਨੰਬਰ ਲੈ ਲਓ,
ਸੋ ਭਲਿਓ ਮਾਨਸੋ ਜੇ ਉਹ ਲੋਟਰੀ ਦੇ ਨੰਬਰ ਤੁਹਾਨੂੰ ਦੇ ਸਕਦੇ ਹੁੰਦੇ ਤਾਂ ਤੁਹਾਡੇ ਕੋਲ ਕਿਉਂ ਨਹੀਂ ਦਿੰਦੇ ਉਹ ਸ਼ਾਇਦ 10-10 ਪਾਉਂਡ ਜਿਹੜੇ ਆ ਉਹ ਲੋਕਾਂ ਕੋਲੋਂ ਨਾ ਇਕੱਠੇ ਕਰਦੇ ਹੁੰਦੇ। ਹਾਂ ਵੀਰ ਜੀ, ਇੱਕ ਜਿਹੜਾ ਮੈਂ ਇੱਧਰ ਲਈ ਆਪਾਂ ਕਾਲਸ ਵੀ ਸਾਡੇ ਦਰਸ਼ਕਾਂ ਦੀਆਂ ਲੈਣੀਆਂ, ਮੈਂ ਚਾਹੁੰਦਾ ਵੀ ਉਹ ਵੀ ਜ਼ਰੂਰ ਹਿੱਸਾ ਲੈਣ। ਠੀਕ ਹੈ। ਹੁਣ ਤੱਕ ਕਿੰਨੇ ਕੁ ਜਿਹੜੇ ਬਾਬੇ ਹੈਗੇ ਆ ਜਾਂ ਕਿੰਨੇ ਕਿੱਦਾਂ ਦੇ ਜਿਹੜੇ ਕੇਸ ਆ ਜਿਹੜੇ ਮੁੱਖ ਰੂਪ ਤੇ ਤੁਹਾਡੇ ਸਾਹਮਣੇ ਜਿਹੜੇ ਆ ਉਹ ਆਏ ਆ ਕਿ ਜਿੱਥੇ ਪ੍ਰੋਸੀਕਿਊਸ਼ਨ ਹੋਈ ਆ? ਤੇ ਇਹਦੇ ਨਾਲ ਲੱਗਦਾ ਇਹ ਸਵਾਲ ਮੈਂ ਤੁਹਾਨੂੰ ਇਹ ਵੀ ਪੁੱਛਦਾ ਜਾਵਾਂ ਕਿ ਸੁਸਾਇਟੀ ਦੀ ਕੀ ਸਮਝ ਹੈਗੀ ਆ ਕਿ ਅਗਰ ਇੱਦਾਂ ਦੇ ਬਹੁਤੇ ਕੇਸ ਨਹੀਂ ਹੈਗੇ ਤੇ ਉਹਨਾਂ ਦੇ ਪਿੱਛੇ ਕੀ ਕਾਰਨ ਹੋ ਸਕਦੇ ਕਿ ਸਾਡੇ ਲੋਕਾਂ ਨੂੰ ਜਾਣਕਾਰੀ ਨਹੀਂ ਹੈਗੀ, ਸਾਡੇ ਭੈਣਾਂ ਭਰਾਵਾਂ ਨੂੰ, ਜਾਂ ਉਹ ਸਿਰਫ ਡਰਦਾ ਹੀ ਆ ਵੀ ਚੱਲ ਠੀਕ ਆ ਜੇ 100 ਪਾਉਂਡ ਗਿਆ ਤਾਂ ਗਿਆ, ਸਾਨੂੰ ਉਹਦਾ ਮੱਥਾ ਮਾਰਨ ਦੀ ਕੋਈ ਬਹੁਤੀ ਲੋੜ ਨਹੀਂ? ਬਿਲਕੁਲ ਬਿਲਕੁਲ, ਅਸਲ 'ਚ ਗੱਲ ਇਹੀ ਹੈ ਜਿਹੜੀ ਤੁਸੀਂ ਲਾਸਟ ਤੇ ਕਹਿ ਕੇ ਹਟੇ ਆ। ਪਰ ਹੁਣ ਜਦੋਂ ਆਪਾਂ ਇਹ ਦੇਖਦੇ ਹਾਂ ਜਿਹੜੀ ਜਿੱਥੋਂ ਤੱਕ ਪ੍ਰੋਸੀਕਿਊਸ਼ਨ ਦਾ ਸਵਾਲ ਹੈ, ਜਿੱਦਾਂ ਪਹਿਲੇ ਮਤਲਬ ਕਾਨੂੰਨ ਦੇ ਮੁਤਾਬਕ ਪ੍ਰੋਸੀਕਿਊਟ ਕਰਨਾ ਹੀ ਔਖਾ ਬਹੁਤ ਸੀਗਾ। ਬਿਲਕੁਲ, ਕਿਉਂਕਿ ਤੁਸੀਂ ਪ੍ਰੂਵ ਹੀ ਨਹੀਂ ਸੀ ਕਰ ਸਕਦੇ ਕਿ ਉਹਨੇ ਕੋਈ ਗਲਤ ਕੰਮ ਕੀਤਾ ਹੈ। ਹਾਂਜੀ, ਕਿਉਂਕਿ ਉਹ ਤੁਹਾਨੂੰ ਵੈਰੀਫਾਈ ਕਰਨਾ ਬਹੁਤ ਮੁਸ਼ਕਲ ਹੋ ਜਾਂਦਾ ਸੀਗਾ। ਪਰ ਉਹ ਅਸਲ ਇਸ ਕਰਕੇ 1980 ਤੋਂ ਲੈ ਕੇ 1995 ਤੱਕ ਸਿਰਫ 5 ਕਨਵਿਕਸ਼ਨ ਹੋਈਆਂ ਸੀ। ਅੱਛਾ ਜੀ। ਤੇ ਇਹ ਮਤਲਬ ਦੇਖ ਲਓ ਕਿ 80 ਤੋਂ 15 ਸਾਲ ਦੇ ਵਿੱਚ। ਤੇ ਹੁਣ ਜਦੋਂ ਤੱਕ ਅਸੀਂ ਇਹ ਦੇਖ ਰਹੇ ਹਾਂ ਵੀ ਆਹ 2008 ਤੋਂ ਬਾਅਦ ਮੇਰਾ ਖਿਆਲ 4-5 ਤਾਂ ਅਸੀਂ ਆਪਣੇ ਆਪ ਦੇ ਤੌਰ ਤੇ ਜਿਹੜੀਆਂ ਜਿਨ੍ਹਾਂ ਨੂੰ ਅਸੀਂ ਮਤਲਬ ਆਪਾਂ ਜਾਣਿਆ ਹੈਗਾ ਤੇ 2 ਦਾ ਆਪਣੇ ਨਾਲ ਵਾਸਤਾ ਪਿਆ ਹੈਗਾ ਤੇ ਉਹ ਆਲਰੇਡੀ ਮਤਲਬ ਕਹਿਣ ਦਾ ਵੀ 2010 ਤੋਂ ਲੈ ਕੇ 2015 ਤੱਕ 4 ਜਾਂ 5 ਤਾਂ ਸਾਨੂੰ ਸਿੱਧੇ ਤੌਰ ਤੇ ਪਤਾ ਹੈਗਾ ਜੀ। ਪਰ ਹੁਣ ਜਿਹੜੀ ਤੁਸੀਂ ਗੱਲ ਕੀਤੀ ਆ ਵੀ ਕੀ ਇਹ ਜਿਹੜੇ ਇੰਨੇ ਹੀ ਹੋਏ ਆ, ਸਾਨੂੰ ਇਹਦੇ ਬਾਰੇ ਵੀ ਮਤਲਬ ਪੂਰਾ ਮਤਲਬ ਜਾਣਕਾਰੀ ਨਹੀਂ ਹੈ ਵੀ ਕੌਣ ਇਹ, ਜਾਂ ਤਾਂ ਇਹਦੀ ਇਨਫੋਰਮੇਸ਼ਨ ਮੁਹੱਈਆ ਨਹੀਂ ਕੀਤੀ ਜਾ ਰਹੀ ਜੀ, ਜਾਂ ਸਾਡੇ ਲੋਕ ਜਿਹੜੇ ਭੈਣਾਂ ਭਰਾਵਾਂ ਨਾਲ ਹੁੰਦਾ ਇਹ ਧੱਕਾ ਧੋਖਾ ਜਾਂ ਲੁੱਟ ਉਹ ਨਹੀਂ ਅੱਗੇ ਆ ਰਹੇ। ਸਾਨੂੰ ਇਹਦੇ ਤੇ ਹੋਰ ਡੂੰਘਾਈ ਨਾਲ ਮਤਲਬ ਕੰਮ ਕਰਨ ਦੀ ਜ਼ਰੂਰਤ ਹੈਗੀ ਆ। ਪਰ ਫਿਰ ਵੀ ਅਸੀਂ ਇਹ ਗੱਲ ਅੱਜ ਇੱਕ ਸ਼ੇਅਰ ਕਰਨਾ ਚਾਹੁੰਦੇ ਆ ਵੀ ਜਦੋਂ ਤੁਹਾਨੂੰ ਗੌਰਮੈਂਟ ਜਾਂ ਜਿਹੜੀਆਂ ਇਨਫੋਰਸਮੈਂਟ ਏਜੰਸੀਜ਼ ਆ ਉਹ ਤੁਹਾਡੇ ਨਾਲ ਖੜੀਆਂ, ਕਾਨੂੰਨ ਤੁਹਾਡੇ ਨਾਲ ਖੜਾ ਹੈ ਤੇ ਤੁਹਾਨੂੰ ਮਤਲਬ ਮੋਹਰੇ ਆਉਣਾ ਚਾਹੀਦਾ। ਅਸੀਂ ਉਹ ਚੀਜ਼ਾਂ ਜਿਵੇਂ ਅਸੀਂ ਕਹਿੰਦੇ ਚੱਲ ਕੋਈ ਨਹੀਂ ਮਤਲਬ 500 ਦੇਤਾ ਜਾਂ 1000 ਦੇਤਾ, ਸਾਡੇ ਕੋਲ ਮਤਲਬ ਇੱਦਾਂ ਦੇ ਕੇਸ ਜਿਨ੍ਹਾਂ ਨੂੰ ਆਪਾਂ ਨਾਂ ਤੇ ਨਹੀਂ ਕਿਸੇ ਦਾ ਵੀ ਸ਼ੇਅਰ ਕਰ ਸਕਦੇ ਵੀ ਜਿਨ੍ਹਾਂ ਨੇ ਮਤਲਬ 3000 ਤੋਂ ਲੈ ਕੇ 1.5 ਲੱਖ ਪਾਉਂਡ ਤੱਕ ਦਿੱਤਾ ਹੈ ਜੀ। ਬਈ ਉਹ ਮਤਲਬ ਬੰਦਾ ਮਤਲਬ 2015 ਵਿੱਚ 9 ਸਾਲ ਲਈ ਉਹ ਅੰਦਰ ਗਿਆ ਜੀ। ਤੇ ਕਹਿਣ ਦਾ ਮਤਲਬ ਜੇ ਉਹਦੇ ਕੋਲ ਇਹ ਸਾਰਾ ਕੁਝ ਸ਼ਕਤੀਆਂ ਸੀਗੀਆਂ ਤੁਹਾਡੇ ਮਸਲੇ ਹੱਲ ਕਰਨ ਲਈ ਤਾਂ ਫਿਰ ਤਾਂ ਉਹ ਅੰਦਰ ਜਾ ਹੀ ਨਹੀਂ ਸਕਦਾ। ਤੇ ਅਸੀਂ ਆਪ ਕਰਾਊਨ ਕੋਰਟ ਦੇ ਵਿੱਚ ਜਾ ਕੇ, ਮੈਂ ਤਾਂ ਭਗਵੰਤ ਹੋਣੀ ਉੱਥੇ ਗਏ ਤੇ ਉਹ ਮਤਲਬ ਜੱਜ ਨੂੰ ਆਪ ਕਹਿ ਰਿਹਾ ਵੀ ਮੈਨੂੰ ਹੈ ਨਾ ਇੰਨੇ ਕੁ ਦਿਨ ਦੇ ਮਹੀਨੇ ਦੇ ਬਾਅਦ ਜੇਲ੍ਹ 'ਚ ਭੇਜਿਓ। ਅੱਛਾ ਜੀ। ਮਤਲਬ ਜਿਹੜਾ 2010 ਵਿੱਚ ਜਿਹਨੂੰ ਸੈਂਟੈਂਸ ਹੋਈ ਸੀ 18 ਮਹੀਨੇ ਦੀ ਜੀ, ਤੇ ਉਹ ਕਹਿ ਰਿਹਾ ਸੀ ਵੀ ਮੈਨੂੰ ਮਤਲਬ ਉਹਦੀ ਵਾਈਫ ਪ੍ਰੈਗਨੈਂਟ ਸੀ ਤੇ ਉਹ ਕਹਿੰਦਾ ਹੈਗਾ ਵੀ ਮੈਨੂੰ ਮਤਲਬ ਥੋੜੇ ਮਹੀਨੇ ਦਿਓ, ਬਾਅਦ 'ਚ ਮੈਨੂੰ ਸਜ਼ਾ ਦਿਓ। ਤੇ ਜੱਜ ਕਹਿੰਦਾ ਨਹੀਂ, ਇਹਨੂੰ ਹੁਣ ਹੀ ਤੁਸੀਂ ਲੈ ਕੇ ਜਾਓ ਸਜ਼ਾ ਦੇ ਲਈ। ਇਸ ਕਰਕੇ ਪਿਆਰੇ ਦਰਸ਼ਕੋ, ਜੇ ਇਹਨਾਂ ਕੋਲ ਸੱਚੀਓ ਹੀ ਕੋਈ ਤਾਕਤ ਹੋਵੇ ਤਾਂ ਇਹ ਆਪਣੇ ਆਪ ਦਾ ਵੀ ਇਹਨਾਂ ਨੂੰ ਪਤਾ ਹੋਣਾ ਚਾਹੀਦਾ ਵੀ ਅਸੀਂ ਵੀ ਜੇਲ੍ਹ 'ਚ ਚੱਲੇ ਹਾਂ, ਅਸੀਂ ਕਿਵੇਂ ਬਚਣਾ ਹੈ। ਇਸ ਕਰਕੇ ਜਿਹੜੀ ਸਾਡੀ ਕਮਜ਼ੋਰੀ ਆ ਉਹ ਇਹਨਾਂ ਦੀ ਤਾਕਤ ਬਣੀ ਹੋਈ ਹੈ। ਸਾਨੂੰ ਇਸ ਆਪਣੀ ਆਪ ਨੂੰ ਸਮੇਂ ਦੇ ਹਾਣ ਦੇ ਬਣਾਉਣ ਨਾਲ ਇਹਨਾਂ ਦਾ ਜਿਹੜਾ ਪਰਦਾ ਜਿਹੜਾ ਉਹ ਫਾਸ਼ ਹੋ ਜਾਊਗਾ ਜੀ। ਬਿਲਕੁਲ ਬਿਲਕੁਲ। ਆਪਾਂ ਜਿਹੜੀਆਂ ਕਾਲਸ ਵੀ ਹੈਗੀਆਂ ਆਪਣੇ ਦਰਸ਼ਕਾਂ ਦੀਆਂ ਲੈ ਲਈਏ, ਜਦੋਂ ਵੀ ਸਾਡੇ ਦਰਸ਼ਕ ਤਿਆਰ ਹੋਣ ਉਹ ਫੋਨ ਕਰ ਲੈਣ ਤੇ ਆਪਾਂ ਜਿਹੜੀ ਆਪਣੀ ਗੱਲਬਾਤ ਹੈ ਉਹਨੂੰ ਜਾਰੀ ਰੱਖਦੇ ਹਾਂ। ਠੀਕ ਆ? ਬਿਲਕੁਲ। ਹਾਂਜੀ। ਸੋ ਪਿਆਰੇ ਦਰਸ਼ਕੋ, ਅਗਰ ਤੁਸੀਂ ਫੋਨ ਕਰਕੇ ਆਪਣੇ ਵਿਚਾਰ ਦੇਣੇ ਚਾਹੋ ਤਾਂ ਜ਼ਰੂਰ ਤੁਸੀਂ ਹੁਣ ਸਾਨੂੰ ਫੋਨ ਕਰ ਸਕਦੇ ਆ। ਸਾਡਾ ਸਟੂਡੀਓ ਦਾ ਨੰਬਰ ਹੈਗਾ 0300 770 2246 0300 770 2246। ਸੋ ਅਸੀਂ ਆਪਣੀ ਜਿਹੜੀ ਗੱਲਬਾਤ ਹੈ ਉਹਨੂੰ ਹਾਂਜੀ ਆਪਾਂ ਮਤਲਬ ਦਰਸ਼ਕਾਂ ਨਾਲ ਇਹ ਗੱਲ ਮਤਲਬ ਕਾਲ ਤੋਂ ਪਹਿਲਾਂ ਜੇ ਇਹ ਵੀ ਸ਼ੇਅਰ ਕਰ ਲਈਏ ਕਿ ਜੇ ਸਾਨੂੰ ਮਤਲਬ ਜਿਹੜਾ ਸਿਹਤ ਅਸਲ 'ਚ ਕੀ ਹੈ। ਬਿਲਕੁਲ। ਇਹ ਜਦੋਂ ਅਸੀਂ ਸਿਹਤ ਬਾਰੇ ਗੱਲ ਕਰਦੇ ਤੇ ਸਿਹਤ ਹੈ ਕੀ, ਇਹਦੇ ਬਾਰੇ ਜਾਣਨਾ ਇਹੀ ਕਮਜ਼ੋਰੀ ਹੈ ਕਿ ਸਾਨੂੰ ਸਿਹਤ ਦੇ ਪੂਰੇ ਪੈਟਰਨ ਬਾਰੇ ਨਹੀਂ ਪਤਾ ਹੈ। ਇਸ ਕਰਕੇ ਹੀ ਲੁੱਟ ਮਤਲਬ ਸਾਡੀ ਹੋ ਰਹੀ ਆ। ਜਿਵੇਂ ਵਰਲਡ ਹੈਲਥ ਆਰਗੇਨਾਈਜੇਸ਼ਨ ਦੇ ਮੁਤਾਬਕ ਜਿਹੜਾ ਹੈਗਾ ਬਈ ਐਜ਼ ਏ state of complete physical, mental and social well-being, not merely
द एबसेंस ऑफ डिजीज। सेहत सिर्फ बीमारियां तो छुटकारा पाना ही नहीं, सगों इस तो भी वध सरीरक समाजिक ते मानसिक सलामती का होना है। बिल्कुल, ते ये सेहत का मतलब डेफिनेशन हैगा है। ते जे असी मतलब साडे ते मानसिक सेहत नूं तुसीं आपां जित्थों भी आए हैं, जिथों भी एरिए चों अपने मुल्कां तो आए हैं, तुसीं देखो भी किते साडे मैंटल हैल्थ का हॉस्पिटल हैगा, किते मैंटल हैल्थ इंस्टीट्यूशन हैगे ने, वो सारे दे सारे, क्योंकि सरकार जी मतलब WHO ये कह रहा है भी 6% GDP का मतलब खर्च होना चाहिए लोगों की सेहत ते। ते इंडिया वर्गे मुल्क दे विच जिहड़ा दुनिया का सब तो वड्डा डेमोक्रेटिक कंट्री है, 1.4 जिहड़ा सिर्फ GDP का हैल्थ उपर खर्च किया जा रहा है, चौथा हिस्सा 1.4। यस, और वो लोगों की जिहड़ी सेहत नाल ते पहले ही खिलवाड़ हो रहा है। ते इस करके जिहड़े बाबे भी मतलब बहुत जल्दी उगदे ने, ते 8.5 मिलियन बाबे इन्हां लोगों की सेहत नूं ठीक मानसिक सेहत नूं ठीक करन लई मार्केट विच हैगे ने। पर जिहड़ा साडी गरीबी, गुलामी, बेकारी, बीमारी, जहालत, अनपढ़ता सिर्फ इन्हां दी वजह करके या 21वीं सदी विच भी असीं जिहड़ियां ना जीउण योग हालतां विच दी मतलब विचर रहे हैगे हां। ते ਇਹਦੇ ਸਾਡਾ ਮੇਨ ਚੈਲੰਜ ਹੈ। ਇਸ ਕਰਕੇ ਜਿਹੜਾ ਇੱਥੇ ਯੂਕੇ ਵਿੱਚ ਦੋਸਤੋ ਮੇਰੇ ਦਰਸ਼ਕੋ, ਯੂਕੇ ਵਿੱਚ ਹਰ ਸਾਲ ਮੈਂਟਲ ਹੈਲਥ ਉੱਪਰ 117.9 ਬਿਲੀਅਨ ਜਿਹੜਾ ਹੈ ਉਹ ਖਰਚ ਕੀਤਾ ਜਾ ਰਿਹਾ ਹੈ, ਜਿਹੜਾ ਕਿ ਇਹਨਾਂ ਦੀ GDP ਦਾ 5% ਬਣਦਾ ਹੈ ਜੀ। ਔਰ ਜਿਹੜੀ ਟੋਟਲ ਮਤਲਬ ਕੋਸਟ ਇਹਨਾਂ ਦੀ ਹੈਲਥ ਦੀ ਹੈਗੀ ਆ ਮਤਲਬ ਸਾਲ ਦੀ, ਉਹਦੀਆਂ ਦੋ ਅਲੱਗ-ਅਲੱਗ ਫਿਗਰਸ ਆ ਰਹੀਆਂ। ਸਰਕਾਰੀ ਤੌਰ ਤੇ 229 ਬਿਲੀਅਨ ਜੀ, ਤੇ ਉਸ ਤਰ੍ਹਾਂ ਜਿਹੜਾ ਹੋਰ ਇੱਕ ਸੋਰਸ ਤੋਂ 277 ਬਿਲੀਅਨ ਸਾਲ ਦਾ ਟੋਟਲ ਹੈਲਥ ਕੇਅਰ ਉੱਪਰ ਖਰਚ ਆਉਂਦਾ ਹੈ ਜੀ। ਤੇ ਤੁਸੀਂ ਇਹ ਦੇਖੋ ਕਿ ਇਹ 12% ਮਤਲਬ ਖਰਚ ਹੋਣ ਦੇ ਬਾਵਜੂਦ ਵੀ ਸਾਨੂੰ ਕਿੰਨੀਆਂ ਪ੍ਰੋਬਲਮਸ ਹੈਗੀਆਂ ਜੀ। ਔਰ ਜਿੱਥੇ 1.4% ਹੋ ਰਿਹਾ ਤੇ ਉੱਥੇ ਪ੍ਰੋਬਲਮਸ ਦਾ ਸਾਈਜ਼ ਕੀ ਹੋਊਗਾ, ਇਹ ਇਮੇਜਿਨ ਕੀਤਾ ਜਾ ਸਕਦਾ ਹੈ ਜੀ। ਜੀ ਬਿੱਲੀ ਜੀ, ਤੁਸੀਂ ਇਹ ਬਹੁਤ ਗੱਲ ਕਲੀਅਰ ਕਰ ਦਿੱਤੀ ਕਿ ਕਿੱਡਾ ਵੱਡਾ ਜਿਹੜਾ ਹੈਗਾ ਖਰਚਾ ਆ ਉਹ ਹਰ ਸਾਲ ਸਿਹਤ ਤੇ ਹੀ ਜਿਹੜਾ ਹੈਗਾ ਉਹ ਖਰਚ ਕੀਤਾ ਜਾ ਰਿਹਾ ਇੱਥੋਂ ਦੀ ਸਰਕਾਰ ਦੇ ਦੁਆਰਾ। ਤੁਹਾਡੇ ਕੋਲ ਕੋਈ ਇੱਦਾਂ ਦੀ ਫਿਗਰ ਵੀ ਹੈਗੀ ਆ ਕਿ ਜਿਹੜੀ ਮਾਨਸਿਕ ਸਿਹਤ ਆ, ਜਿਵੇਂ ਤੁਸੀਂ ਪਹਿਲਾਂ ਦੱਸਿਆ ਕਿ ਵਰਲਡ ਹੈਲਥ ਆਰਗੇਨਾਈਜੇਸ਼ਨ ਜਿਹੜੀ ਹੈਗੀ ਆ, ਵਿਸ਼ਵ ਸਿਹਤ ਸੰਸਥਾ ਆ, ਉਹ ਮੈਂਟਲ ਹੈਲਥ ਨੂੰ ਸਿਹਤ ਦਾ ਹਿੱਸਾ ਮੰਨਦੀ ਆ। ਜਿਵੇਂ ਤੁਸੀਂ ਕਿਹਾ ਵੀ ਸਾਡੇ ਭਾਈਚਾਰੇ ਦੇ ਵਿੱਚ ਜਿਹੜਾ ਹੈਗਾ ਮਾਨਸਿਕ ਸਿਹਤ ਨੂੰ ਹਾਲੇ ਤੱਕ ਵੀ ਜਿਹੜਾ ਹੈਗਾ ਉਹ ਅਸੈਪਟੈਂਸ ਨਹੀਂ ਮਿਲੀ ਜਿਹੜੀ ਮਿਲਣੀ ਚਾਹੀਦੀ ਆ। ਸੋ ਇੱਥੇ ਕਿੰਨੀ ਕੁ ਜਿਹੜੀ ਹੈਗੀ ਆ ਉਹ ਪੈਸੇ ਜਿਹੜੀ ਆ ਗੌਰਮੈਂਟ ਆ ਉਹ ਖਾਸ ਕਰਕੇ ਮਾਨਸਿਕ ਸਿਹਤ ਤੇ ਹੀ ਦੇ ਜਿਹੜੀਆਂ ਸੁਵਿਧਾਵਾਂ ਆ ਉਹਨਾਂ ਤੇ ਖਰਚ ਰਹੀ ਆ? NHS ਦੇ ਵਿੱਚ ਤਾਂ ਪੋਸੀਬਿਲਿਟੀ ਆ ਵੀ ਉਹ ਮਤਲਬ 50 ਬਿਲੀਅਨ ਤੋਂ ਉੱਪਰ ਹੋਏਗਾ, ਪਰ ਟੋਟਲ ਜਿਹੜਾ ਮੈਂਟਲ ਹੈਲਥ ਲਈ ਆ ਉਹ 117.9 ਬਿਲੀਅਨ ਜਿਹੜਾ ਟੋਟਲ ਮੈਂਟਲ ਹੈਲਥ ਉੱਪਰ ਖਰਚ ਕੀਤਾ ਜਾ ਰਿਹਾ ਹੈਗਾ ਜੀ। ਔਰ ਇਹ ਜਿਹੜੀ ਰਿਪੋਰਟ ਹੈ ਇਹ ਵੀ ਮਤਲਬ ਮੈਂਟਲ ਹੈਲਥ ਫਾਊਂਡੇਸ਼ਨ ਤੇ ਜਿਹੜਾ ਲੰਡਨ ਸਕੂਲ ਆਫ ਇਕਨੋਮਿਕਸ ਐਂਡ ਪੋਲੀਟੀਕਲ ਸਾਇੰਸ ਦੀ ਰਿਪੋਰਟਿੰਗ ਹੈ ਜੀ। ਹਾਂਜੀ, ਜਿਹੜੀਆਂ ਵਿਧੀ ਸਾਹਿਬ ਉਹਨਾਂ ਨੇ ਜਿਹੜੀਆਂ ਸਾਡੇ ਨਾਲ ਨੰਬਰ ਸਾਂਝੇ ਕੀਤੇ ਹੈਗੇ ਆ, ਉਹ ਜਿਹੜੇ ਅਧਿਕਾਰਤ ਸੋਰਸਿਸ ਹੈਗੇ ਆ ਉਹਨਾਂ ਤੋਂ ਆਉਂਦੇ ਹੈਗੇ ਆ, ਔਰ ਰੈਪੂਟੇਬਲ ਸੋਰਸਿਸ ਜਿਹੜੇ ਹੈਗੇ ਆ। ਹਾਂ, ਇਹ ਜ਼ਰੂਰ ਹੁੰਦਾ ਕਿ ਜਦੋਂ ਵੀ ਕੋਈ ਆਰਗੇਨਾਈਜੇਸ਼ਨ ਆ ਉਹ ਜਦੋਂ ਵੀ ਕੋਈ ਇਸ ਤਰ੍ਹਾਂ ਦੇ ਅੰਕੜੇ ਇਕੱਠੇ ਕਰਦੀ ਆ ਕਰਕੇ, ਇਹ ਅੰਕੜੇ ਇੰਨੇ ਵੱਡੇ ਹੁੰਦੇ ਆ ਕਿ ਇਹਨਾਂ ਨੂੰ ਇਕੱਠਿਆਂ ਕਰਨਾ ਕੋਈ ਸੌਖਾ ਕੰਮ ਨਹੀਂ ਹੁੰਦਾ। ਇਹਦੇ ਵਿੱਚ ਕੁਛ ਐਸਟੀਮੇਸ਼ਨ ਵੀ ਹੁੰਦਾ, ਉਹ ਜਿਹੜਾ ਐਸਟੀਮੇਸ਼ਨ ਹੁੰਦਾ, ਅੰਦਾਜ਼ਾ ਵੀ ਹੁੰਦਾ, ਉਹ ਵੀ ਕੁਛ ਨਾ ਕੁਛ ਜਿਹੜਾ ਐਕਸਪੀਰੀਅੰਸ ਹੁੰਦਾ ਉਹਦੇ ਬੇਸਡ ਹੁੰਦਾ। ਇੱਦਾਂ ਨਹੀਂ ਹੁੰਦਾ ਕਿ ਚਲੋ ਜੀ ਅੱਜ ਇੰਨਾ ਸੋਚਿਆ ਤਾਂ ਅੱਜ ਇੰਨਾ ਕਹਿ ਦਿੱਤਾ, ਉਹਦੇ ਵੀ ਬਹੁਤ ਸਾਰੇ ਜਿਹੜੇ ਪਿੱਛੇ ਆ ਉਹ ਅੰਕੜੇ ਪਏ ਹੁੰਦੇ। ਹਾਂਜੀ, ਇੱਕ ਜਿਹੜਾ ਆਪਾਂ ਉਹ ਸ਼ਾਇਦ ਮਿਸ ਕਰਤਾ ਪੁਆਇੰਟ, ਮੇਰੇ ਕੋਲੋਂ ਮਿਸ ਹੋ ਗਿਆ ਕਿ ਜਿਹੜੀ 3 ਟਾਈਪ ਦੀ ਇਹ ਮਤਲਬ ਹੈ ਪ੍ਰੈਕਟਿਸ ਵੀ। ਇੱਕ ਤਾਂ ਜਿਹੜਾ ਉਹ ਝੂਠਾ ਮਤਲਬ ਕਲੇਮ ਕਰਦੇ ਨੇ ਤੇ ਉਹ ਕਰ ਨਹੀਂ ਸਕਦੇ ਹੁੰਦੇ। ਦੂਸਰਾ ਲੋਕਾਂ ਦੀ ਵਲਨਰੇਬਿਲਟੀ ਨੂੰ ਕੈਚ ਕਰਦੇ ਨੇ। ਤੀਸਰਾ ਇਹ ਜੇ ਕੋਈ ਉਹਨਾਂ ਨੂੰ ਪੁੱਛਦਾ ਹੈ ਵੀ ਤੂੰ ਜਿਹੜੀ ਗੱਲ ਕਹੀ ਸੀ ਉਹ ਕੀਤੀ ਨਹੀਂ, ਤਾਂ ਉਹਦੇ ਤੇ ਉਹ ਉਹਨਾਂ ਨਾਲ ਸਹੀ ਵਰਤਾਅ ਨਹੀਂ ਕਰਦੇ। ਬਿਹੇਵੀਅਰ ਪੈਟਰਨ ਵੀ ਆਉਂਦਾ ਹੈ। ਉਹ ਬਿਹੇਵੀਅਰ ਪੈਟਰਨ ਜਿਹੜਾ ਹੈਗਾ ਆ ਉਹ ਜੇ ਮਤਲਬ ਇਹਨਾਂ ਦੇ ਪ੍ਰੈਕਟਿਸ ਦੇ ਹਿਸਾਬ ਨਾਲ ਫਿੱਟ ਨਹੀਂ ਹੁੰਦਾ, ਉਹ ਵੀ ਗੈਰ ਕਾਨੂੰਨੀ ਆ। ਤੇ ਉਹਦੇ ਨਾਲ ਮਤਲਬ ਜਿਹੜਾ ਨਿਚੋੜ ਇਹ ਨਿਕਲਦਾ ਵੀ ਜੋ ਕੁਝ ਵੀ ਕਿਹਾ ਗਿਆ ਜਾਂ ਵਾਅਦਾ ਕੀਤਾ ਗਿਆ ਉਹਦੇ ਲਈ ਤੁਸੀਂ ਪੈਸੇ ਦਿੰਦੇ ਆ ਜੀ। ਬਿਲਕੁਲ, ਜੋ ਕੁਝ ਤੁਹਾਨੂੰ ਕਿਹਾ ਗਿਆ, ਜੋ ਕੁਝ ਕਰਨ ਲਈ ਮਤਲਬ ਤੁਸੀਂ ਉਹ ਲਈ ਉਹ ਹਿੱਸਾ ਬਣਦੇ ਵੀ ਉਹਨੂੰ ਹੁਣ ਪੈਸੇ ਦੇ ਦੇਈਏ, ਹੈ ਨਾ, ਵੀ ਇਹਨੇ ਸਾਡਾ ਕਰ ਦੇਣਾ। ਬਿਲਕੁਲ, ਹਾਂਜੀ। ਪਰ ਵਿਧੀ ਜੀ, ਮੇਰੇ ਕੋਲ ਨਾ ਇੱਕ ਡਾਕੂਮੈਂਟ ਪਿਆ ਹੈਗਾ ਜਿਹੜਾ ਕਿ 2008 ਦੇ ਵਿੱਚ ਇਸ ਰੈਗੂਲੇਸ਼ਨ ਦੇ ਇਨਫੋਰਸ ਦੇ ਵਿੱਚ ਜਦੋਂ ਇਹ ਲਾਗੂ ਹੁੰਦੀਆਂ, ਤੇ ਜਿਹੜਾ ਬਰਮਿੰਘਮ ਦਾ ਟ੍ਰੇਡਿੰਗ ਸਟੈਂਡਰਡ ਡਿਪਾਰਟਮੈਂਟ ਸੀਗਾ, ਉਹਨਾਂ ਨੇ ਇਹ ਡਾਕੂਮੈਂਟ ਪ੍ਰੋਡਿਊਸ ਕੀਤਾ ਸੀਗਾ। ਇਹ ਜਿਹੜਾ ਡਾਕੂਮੈਂਟ ਆ ਉਹ ਭਾਵੇਂ ਉਹਨਾਂ ਵੱਲੋਂ ਪ੍ਰੋਡਿਊਸ ਕੀਤਾ ਗਿਆ, ਇਹ ਪੂਰਾ ਕਾਨੂੰਨ ਨਹੀਂ ਹੈਗਾ।
ਇਹ ਗਾਈਡਲਾਈਨ ਆ। ਬਿਲਕੁਲ। ਸੋ ਇਸ ਗੱਲ ਦਾ ਸਾਨੂੰ ਜਿਹੜਾ ਹੈਗਾ ਉਹ ਧਿਆਨ ਰੱਖਣਾ ਚਾਹੀਦਾ, ਕਰਕੇ ਇਹ ਜਿਹੜੇ ਮਸਲੇ ਆ ਉਹ ਕਾਫੀ ਪੇਚੀਦਾ ਹੁੰਦੇ ਆ, ਪਰ ਫਿਰ ਵੀ ਅਸੀਂ ਇਹ ਜਿਹੜਾ ਹੈਗਾ ਤੁਹਾਡੀ ਜਾਣਕਾਰੀ ਦੇ ਲਈ ਇਹਦੇ ਵਿੱਚ ਵਿਧੀ ਜੀ ਉਹ ਇੱਕ ਗੱਲ ਬੜੀ ਜਿਹੜੀ ਹੈਗੀ ਉਹ ਵਧੀਆ ਕਰ ਰਹੇ ਆ। ਉਹ ਕਹਿੰਦੇ ਕਿ ਜਦੋਂ ਕੋਈ ਵੀ ਭੈਣ ਭਰਾ ਜਿਹੜਾ ਸਾਡਾ ਹੈਗਾ ਜਾਂ ਕੋਈ ਵੀ ਬੰਦਾ ਇਹਨਾਂ ਦੇ ਕੋਲ ਜਾਂਦਾ ਤਾਂ ਉਹਦੀ ਜਿਹੜੀ ਮਾਨਸਿਕ ਸਥਿਤੀ ਹੁੰਦੀ ਆ ਉਹ ਕਾਫੀ ਡਾਵਾਂਡੋਲ ਹੁੰਦੀ ਆ, ਕਿਉਂਕਿ ਉਹਨੂੰ ਕੋਈ ਨਾ ਕੋਈ ਸਮੱਸਿਆ ਹੁੰਦੀ ਹੈ, ਇਸੇ ਕਰਕੇ ਉਹ ਇਹਨਾਂ ਦੇ ਕੋਲ ਜਾਂਦਾ। ਸੋ ਜਦੋਂ ਉਹ ਇਹਨਾਂ ਦੇ ਕੋਲ ਜਾਂਦਾ ਤੇ ਜਿਹੜੀ ਉਹਦੀ ਮਾਨਸਿਕ ਸਥਿਤੀ ਦਾ ਇਹ ਲਾਹਾ ਲੈਂਦੇ ਆ, ਉਹਨਾਂ ਨੂੰ ਡਰਾ ਕੇ, ਲਾਲਚ ਦੇ ਕੇ, ਧਮਕਾ ਕੇ ਕਿਸੇ ਨੂੰ ਕਿਸੇ ਤਰ੍ਹਾਂ ਜਿਹੜਾ ਉਹਨਾਂ ਨੂੰ ਆਪਣੇ ਚੁੰਗਲ ਦੇ ਵਿੱਚ ਫਸਾਉਂਦੇ ਆ। ਇਹ ਬਰਮਿੰਘਮ ਟ੍ਰੇਡ ਸਟੈਂਡਰਡ ਇਹ ਗੱਲ ਕਹਿੰਦਾ ਕਿ ਇਹ ਕੇਸ ਨੂੰ ਪ੍ਰੂਵ ਕਰਨਾ ਬਹੁਤ ਸੌਖਾ ਹੁੰਦਾ, ਕਿਉਂਕਿ ਉਹਦੇ ਵਿੱਚ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਹੁੰਦੀਆਂ ਤੁਸੀਂ ਪ੍ਰੂਵ ਕਰ ਸਕਦੇ ਹੁੰਦੇ ਆ ਕਿ ਉਸ ਸਮੇਂ ਜਦੋਂ ਤੁਸੀਂ ਇਹਨਾਂ ਕੋਲ ਗਏ ਆ, ਇਹਨਾਂ ਠੱਗਾਂ ਦੇ ਕੋਲ ਗਏ ਆ, ਤੇ ਉਦੋਂ ਤੁਹਾਡੀ ਮਾਨਸਿਕ ਸਥਿਤੀ ਕਿਹੋ ਜਿਹੀ ਸੀਗੀ। ਜਿਵੇਂ ਬਿਰਧ ਜੀ ਹੁਣਾਂ ਨੇ ਪਹਿਲਾਂ ਕਿਹਾ ਸੀ ਕਿ ਇਹ ਪਹਿਲਾਂ ਇਹ ਪ੍ਰੂਵ ਕਰਨਾ ਪੈਂਦਾ ਸੀ ਕਿ ਉਹ ਬੰਦੇ ਦੀ ਨੀਅਤ ਕੀ ਆ, ਜਿਹੜੀ ਕਿ ਬਹੁਤ ਧੋਖੇ ਨਾਲ ਪੈਸੇ ਲਏ, ਨੀਤ ਵੀ ਧੋਖੇ ਵਾਲੀ ਸੀ, ਨੀਤ ਵੀ ਧੋਖੇ ਵਾਲੀ ਸੀਗੀ। ਸੋ ਇਹ ਦੋਵੇਂ ਗੱਲਾਂ ਜਿਹੜੀਆਂ ਪ੍ਰੂਵ ਕਰਨੀਆਂ ਕਾਫੀ ਔਖੀਆਂ ਸੀਗੀਆਂ, ਪਰ ਹੁਣ ਤੁਹਾਡੇ ਲਈ ਇਹ ਪ੍ਰੂਵ ਕਰਨਾ ਬੜਾ ਸੌਖਾ ਆ ਕਿ ਤੁਸੀਂ ਉਸ ਵੇਲੇ ਸਮੱਸਿਆ ਦੇ ਵਿੱਚ ਸੀਗੇ, ਤੁਸੀਂ ਸਹਾਇਤਾ ਲੈਣ ਗਏ ਔਰ ਤੁਹਾਨੂੰ ਉਸ ਬੰਦੇ ਨੇ ਗਲਤ ਇਨਫੋਰਮੇਸ਼ਨ ਦੇ ਕੇ, ਜਿਹੜੀ ਗਲਤ ਡਿਸਕ੍ਰਿਪਸ਼ਨ ਦੇ ਕੇ ਆਪਣੀ ਸਰਵਿਸ ਦੀ, ਉਹ ਤੁਹਾਨੂੰ ਉਹਦੇ ਵਿੱਚ ਫਸਾਇਆ ਹੈਗਾ। ਇੱਕ ਹੋਰ ਐਡੀਸ਼ਨ ਜੇ ਆਪਾਂ ਕਰਦੇ ਕਿ ਜਿੱਥੇ ਮਤਲਬ ਫੇਥ ਹੀਲਿੰਗ ਵਿੱਚ ਜਿੱਥੇ ਫੀਸ ਲਈ ਜਾਂਦੀ ਆ ਉੱਥੇ ਉਹ ਬਿਜ਼ਨਸ ਬਣ ਜਾਂਦਾ ਹੈ। ਜੀ ਬਿਲਕੁਲ। ਜਿੱਥੋਂ ਤੱਕ ਫੀਸ ਨਹੀਂ ਲਈ ਜਾਂਦੀ ਉੱਥੇ ਤੱਕ ਫੇਥ ਹੀਲਿੰਗ ਦੀ ਗੱਲ ਉਹ ਕਰ ਸਕਦਾ ਹੈ। ਹਾਂਜੀ। ਜੇ ਉਹਦੇ 'ਚ ਫੀਸ ਇਨਵੋਲਵ ਆ ਤਾਂ ਦੈਨ ਉਹ ਬਿਜ਼ਨਸ ਹੈਗਾ। ਹਾਂਜੀ ਹਾਂ, ਇਹੀ ਮੈਂ ਗੱਲ ਕਰਨ ਲੱਗਾ ਸੀਗਾ ਕਿ ਜਿਹੜਾ ਡਾਕੂਮੈਂਟ ਆ ਇਹਦੇ ਵਿੱਚ ਉਹ ਇਹ ਵੀ ਗੱਲ ਕਹਿੰਦੇ ਆ ਕਿ ਜਿਹੜਾ ਫੇਥ ਹੀਲਰ ਆ ਜਾਂ ਕੋਈ ਹੱਥ ਦੇਖਣ ਵਾਲਾ ਆ ਜਾਂ ਦੇਵੀ ਸ਼ਕਤੀਆਂ ਵਾਲਾ ਜਿਹੜਾ ਹੈਗਾ ਆ ਵੀ ਉਹ ਇੱਕ ਧੰਦਾ ਚਲਾ ਰਿਹਾ, ਉਹਦਾ ਵਪਾਰ ਆ, ਬਿਜ਼ਨਸ ਆ, ਔਰ ਉਹਦਾ ਜਿਹੜਾ ਹੈਗਾ ਉਹ ਤੁਹਾਨੂੰ ਠੀਕ ਕਰਨ ਦਾ, ਤੁਹਾਡੀ ਸਮੱਸਿਆ ਦਾ ਹੱਲ ਕਰਨ ਦਾ ਉਹ ਤੁਹਾਡੇ ਕੋਲੋਂ ਪੈਸਾ ਲੈ ਰਿਹਾ, ਇੱਕ ਗੱਲ। ਤੇ ਦੂਸਰੀ ਗੱਲ ਉਹ ਕਹਿੰਦੇ ਇਹ ਵੀ ਹੋਣੀ ਚਾਹੀਦੀ ਆ ਕਿ ਉਹ ਜਿਹੜਾ ਬਿਜ਼ਨਸ ਟੂ ਬਿਜ਼ਨਸ ਟ੍ਰਾਂਜੈਕਸ਼ਨ ਨਾ ਹੋਵੇ। ਮਤਲਬ ਇਹ ਆ ਵੀ ਜਿੱਦਾਂ ਹੁਣ ਤੁਸੀਂ ਕੈਸ਼ ਐਂਡ ਕੈਰੀ ਆ, ਕੈਸ਼ ਐਂਡ ਕੈਰੀ ਵਾਲੇ ਸਿਰਫ ਦੁਕਾਨਾਂ ਵਾਲਿਆਂ ਨੂੰ ਹੀ ਜਿਹੜਾ ਸਮਾਨ ਵੇਚਦੇ ਆ, ਉਹ ਬਿਜ਼ਨਸ ਨੂੰ ਨਹੀਂ ਵੇਚਦੇ, ਕਲਾਇੰਟ ਨੂੰ, ਉਹ ਕਲਾਇੰਟ ਨੂੰ ਵੇਚਦੇ ਆ। ਸੋ ਜਦੋਂ ਤੁਸੀਂ ਸਿੱਧਾ ਉਹਨਾਂ ਦੇ ਕੋਲ ਜਾਂਦੇ ਆ ਤੇ ਇਹਦਾ ਮਤਲਬ ਇਹ ਆ ਕਿ ਉਹ ਜਿਹੜੀ ਆ ਉਹ ਵੀ ਸ਼ਰਤ ਜਿਹੜੀ ਆ ਉਹ ਇਸ ਕਾਨੂੰਨ ਦੇ ਤਹਿਤ ਜਿਹੜੀ ਤੁਹਾਨੂੰ ਪ੍ਰੂਵ ਕਰਨੀ ਪੈਂਦੀ ਆ, ਉਹ ਵੀ ਤੁਹਾਡੀ ਪ੍ਰੂਵ ਹੋ ਜਾਂਦੀ ਆ ਕਿ ਤੁਸੀਂ ਸਿੱਧਾ ਉਹਨੂੰ ਜਾ ਕੇ ਮਿਲੇ ਆ ਔਰ ਉਹਨੇ ਤੁਹਾਨੂੰ ਜਿਹੜਾ ਹੈਗਾ ਬਰਗਲਾ ਕੇ ਜਾਂ ਡਰਾ ਕੇ ਜਾਂ ਧਮਕਾ ਕੇ ਜਾਂ ਲਾਲਚ ਦੇ ਕੇ ਕਿਸੇ ਵੀ ਤਰ੍ਹਾਂ ਤੁਹਾਨੂੰ ਆਪਣੇ ਚੁੰਗਲ ਦੇ ਵਿੱਚ ਫਸਾਇਆ ਹੈਗਾ। ਫਿਰ ਵੀ ਥੋੜਾ ਜਿਹੜਾ ਬਰਡਨ ਹੈ ਉਹ ਵਿਕਟਮ ਨੂੰ ਲੈਣਾ ਪਏਗਾ ਵੀ ਉਹ ਕੋਰਟ 'ਤੇ ਜਾਣ ਲਈ ਤਿਆਰ ਹੋਵੇ ਤੇ ਉਹਦੇ ਕੋਲ ਜੇ ਐਵੀਡੈਂਸ ਹੈਗਾ ਆ ਵੀ ਮੈਂ ਆਹ ਪੇਮੈਂਟ ਕੀਤੀ ਆ ਤਾਂ ਫਿਰ ਉਹ ਨੀਤ ਆਪਣੀ ਆਪੇ ਹੀ ਪ੍ਰੂਵ ਕਰੇ ਕੋਰਟ ਦੇ ਵਿੱਚ ਵੀ ਮੈਂ ਕਾਹਦੇ ਲਈ ਲਏ ਸੀ ਜਾਂ ਮੈਂ ਕੀ ਨਹੀਂ ਕੀਤਾ, ਕਿਉਂ ਨਹੀਂ ਕੀਤਾ, ਉਹਦੇ ਤੇ ਆ, ਉਹ ਪ੍ਰੂਵ ਕਰੇ। ਤੁਸੀਂ ਸਿਰਫ ਇਹ ਪ੍ਰੂਵ ਕਰਨਾ ਕਿ ਤੁਸੀਂ ਪੈਸੇ ਦਿੱਤੇ ਆ ਤੇ ਤੁਹਾਡਾ ਕੰਮ ਨਹੀਂ ਹੋਇਆ। ਹਾਂਜੀ ਬਿਲਕੁਲ। ਵਿਧੀ ਜੀ ਬਹੁਤ ਸਾਰੇ ਕੇਸ ਜਿਹੜੇ ਹੈਗੇ ਆ ਆਪਣੇ ਧਿਆਨ ਦੇ ਵਿੱਚ ਆਉਂਦੇ ਆ ਜਾਂ ਅਸੀਂ ਸੁਣਦੇ ਆ ਜਾਂ ਤੁਸੀਂ ਵੀ ਲੋਕਾਂ ਨੂੰ ਦੱਸਦੇ ਆ, ਉਹਦੇ ਵਿੱਚ ਇਹ ਆਉਂਦਾ ਕਿ ਜ਼ਿਆਦਾਤਰ ਜਿਹੜੇ ਪੈਸੇ ਆ, ਟ੍ਰਾਂਜੈਕਸ਼ਨ ਆ, ਉਹ ਫੀਸ ਆ ਜਾਂ ਪਾਠ ਪੂਜਾ ਆ, ਉਹ ਦੇ ਲਈ ਜਿਹੜੀ ਭੇਟਾ ਦਿੱਤੀ ਜਾਂਦੀ ਆ ਉਹ ਭੇਟਾ ਕਹਿੰਦੇ ਆ, ਪਰ ਉਹਨਾਂ ਦੀ ਤੇ ਉਹ ਸਰਵਿਸ ਹੀ ਹੁੰਦੀ ਆ। ਸੋ ਉਹ ਜਿਹੜੀ ਹੈਗੀ ਆ ਉਹ ਤੁਸੀਂ ਕੀ ਰਿਕਮੈਂਡ ਕਰਦੇ ਆ ਕਿ ਉਹਦਾ ਕਿੱਦਾਂ ਰੈਕੋਰਡ ਜਿਹੜਾ ਹੈਗਾ ਵਧੀਆ ਢੰਗ ਨਾਲ ਰੱਖਿਆ ਜਾ ਸਕਦਾ, ਕਿ ਸਾਡੇ ਭੈਣਾਂ ਭਰਾਵਾਂ ਨੂੰ ਉਹਨਾਂ ਨੂੰ ਕੈਸ਼ ਦੇਣਾ ਚਾਹੀਦਾ ਜਾਂ ਉਹਦੇ ਤੋਂ ਗਰੇਜ਼ ਕਰਨਾ ਚਾਹੀਦਾ? ਦੇਖੋ ਮਤਲਬ ਆਪਾਂ ਕੈਸ਼ ਦੇਣ ਨਾਲ ਜਿਹੜੀ ਉਹਦੇ ਕੋਲ ਉਹ ਸਾਡੀ ਕਮਜ਼ੋਰੀ ਦਾ ਫਾਇਦਾ ਲੈਣ ਲਈ ਉਹ ਕੈਸ਼ ਦੀ ਗੱਲ ਕਰਦੇ ਨੇ ਜੀ। ਜੇ ਉਹ ਸੱਚੀਓ ਹੀ ਉਹ ਸਰਵਿਸ ਦੇ ਰਹੇ ਨੇ ਤੇ ਉਹਨਾਂ ਨੂੰ ਚੈੱਕ ਲੈਣ 'ਚ ਕੋਈ ਹਰਜ ਨਹੀਂ ਹੋਣਾ ਚਾਹੀਦਾ। ਬਿਲਕੁਲ। ਜੇ ਉਹ ਕੈਸ਼ ਲੈਂਦੇ ਤੇ ਇਹਦਾ ਮਤਲਬ ਇਹ ਆ ਵੀ ਨਾ ਤਾਂ ਉਹ ਟੈਕਸ ਦੇ ਰਹੇ ਆ ਤੇ ਨਾ ਹੀ ਉਹ ਤੁਹਾਡੇ ਕੋਲ ਕੋਈ ਐਵੀਡੈਂਸ ਰਹਿਣ ਦਿੰਦੇ ਵੀ ਤੁਸੀਂ ਦਿੱਤਾ ਕਿ ਨਹੀਂ ਦਿੱਤਾ। ਫਿਰ ਤੁਹਾਨੂੰ ਉਹਦੇ ਲਈ ਡਾਇਰੀ ਬਣਾਉਣੀ ਪਊਗੀ, ਲਿਖਣਾ ਪਊਗਾ ਤੇ ਮਤਲਬ ਜਦੋਂ ਉਹ ਆਪਣੇ ਆਪ 'ਚ ਕਹਿੰਦਾ ਮੈਂ ਇਹ ਸਰਵਿਸ ਦੇ ਰਿਹਾ ਤੇ ਤੁਸੀਂ ਲੈਣੀ ਆ ਸਰਵਿਸ, ਤਾਂ ਫਿਰ ਤੁਸੀਂ ਉਹ ਚੈੱਕ ਵੀ ਦਿੱਤਾ ਜਾ ਸਕਦਾ, ਕਿਉਂਕਿ ਉਹ ਚੈੱਕ ਲੈਂਦੇ ਇਸ ਕਰਕੇ ਨਹੀਂ, ਉਹਨਾਂ ਨੂੰ ਪਤਾ ਕਿ ਉਹ ਸਰਵਿਸ ਜਦੋਂ ਜਿਹਨੇ ਸਹੀ ਸਰਵਿਸ ਦੇਣੀ ਹੈ ਉਹਨੂੰ ਚੈੱਕ ਲੈਣ 'ਚ ਕੀ ਗੁਰੇਜ਼ ਹੈ। ਬਿਲਕੁਲ ਹੈ ਨਾ। ਜੋ ਕੈਸ਼ ਲੈਣ ਦੀ ਗੱਲ ਕਰਦੇ ਤਾਂ ਉਹ ਇਸੇ ਕਰਕੇ ਕਰਦੇ ਨੇ ਵੀ ਇਹ ਮਤਲਬ ਜਿਹੜਾ ਹੈ ਇਹਦਾ ਕੋਈ ਐਵੀਡੈਂਸ ਨਹੀਂ ਰਹੂਗਾ, ਐਵੀਡੈਂਸ ਨਾ ਰਹੇ। ਹਾਂਜੀ ਹਾਂ ਬਿਲਕੁਲ। ਸੋ ਇੱਕ ਕਾਲ ਆ ਰਹੀ ਆ, ਆਪਾਂ ਵਿਧੀ ਜੀ ਕਾਲ ਲੈ ਲਈਏ, ਫਿਰ ਆਪਾਂ ਆਪਣੀ ਜਿਹੜੀ ਗੱਲਬਾਤ ਆ ਉਹਨੂੰ ਜਾਰੀ ਰੱਖਦੇ ਹਾਂ। ਹੈਲੋ ਜੀ, ਜੀ ਆਇਆਂ ਨੂੰ। ਕੌਣ ਹੋ ਤੇ ਕਿੱਥੋਂ ਬੋਲ ਰਹੇ ਹੋ? ਹਾਂਜੀ ਨਵਦੀਪ ਜੀ, ਮੈਂ ਸੁਰਿੰਦਰ ਵਿਰਦੀ ਬੋਲਦਾ ਜੀ। ਸੁਰਿੰਦਰ ਜੀ, ਤੁਹਾਡਾ ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ ਤੇ ਮੈਂ ਇਹਦੇ ਸੰਬੰਧ 'ਚ ਇਹ ਕਹਿਣਾ ਚਾਹੁੰਦਾ ਵੀ ਤੁਸੀਂ ਲੋਕਾਂ ਨੂੰ ਜਿਹੜਾ ਨਵਾਂ ਕਾਨੂੰਨ 2008 'ਚ ਬਣਿਆ ਸੀਗਾ ਉਹਦੇ ਬਾਰੇ ਬਹੁਤ ਜਾਣਕਾਰੀ ਤੁਸੀਂ ਦੇ ਰਹੇ ਹੋ ਲੋਕਾਂ ਨੂੰ, ਬਹੁਤ ਵਧੀਆ ਗੱਲ ਆ।
ਇਹਦੇ ਨਾਲ ਲੋਕਾਂ ਦੇ ਗਿਆਨ 'ਚ ਵਾਧਾ ਹੁੰਦਾ। ਇਹ ਆ ਵੀ ਬਾਕੀ ਜਿਹੜੇ ਬਾਬੇ ਆ ਇਹ ਲੋਕਾਂ ਨੂੰ ਗੁੰਮਰਾਹ ਕਰਕੇ ਲੁੱਟ ਕਰਦੇ, ਤੁਸੀਂ ਉਹਨਾਂ ਦਾ ਵੀ ਜਿਹੜੇ ਤਾਂਤਰਿਕ ਆ ਜਿਹੜੇ ਲੋਕਾਂ ਨੂੰ ਲੁੱਟ ਕੇ ਜੇ ਕਰਦੇ ਆ, ਤੁਸੀਂ ਉਹਨਾਂ ਨੂੰ ਵੀ ਇੱਕ ਢੰਗ ਨਾਲ ਨੰਗਾ ਕਰ ਰਹੇ ਹੋ। ਬਹੁਤ ਵਧੀਆ ਤਰੀਕਾ ਹੈ ਤੁਹਾਡਾ, ਇਹ ਲੋਕ ਸੇਵਾ ਆ ਤੇ ਇਹ ਇੱਦਾਂ ਦੇ ਪ੍ਰੋਗਰਾਮ ਜਿਹੜੇ ਆ ਲੋਕਾਂ ਨੂੰ ਬਹੁਤ ਲੋੜੀਂਦੇ ਆ, ਬਹੁਤ ਜ਼ਰੂਰੀ ਹੈ ਇਹਨਾਂ ਦਾ ਪ੍ਰੋਗਰਾਮ ਇਸ ਤਰ੍ਹਾਂ ਦੇ ਹੋਣੇ। ਤੇ ਤੁਹਾਡਾ ਮੈਂ ਧੰਨਵਾਦ ਦੋਹਾਂ ਸਾਥੀਆਂ ਦਾ ਕਰਦਾ ਜਿਨ੍ਹਾਂ ਨੇ ਤੇ ਬਾਕੀ ਵਧੀਆ ਗੱਲ ਆ ਵੀ ਤੁਸੀਂ ਇਹਨਾਂ ਲਈ ਚੈਲੰਜ ਵੀ ਰੱਖਿਆ ਆ ਕਿ ਜੇ ਕੋਈ ਚੈਲੰਜ ਆਪਾਂ ਇਹਨਾਂ ਨੂੰ ਕਰਦੇ ਆ ਤਾਂ ਇਹਨਾਂ ਨੂੰ ਇਹ ਆਪਣਾ ਪ੍ਰੂਵ ਕਰ ਸਕਦਾ ਤਾਂ ਇਹ ਨਾਮ ਜਿੱਤ ਸਕਦੇ ਆ, ਪਰ ਅੱਜ ਤੇ ਕਿਸੇ ਨੇ ਜਿੱਤਿਆ ਨਹੀਂ ਹੈਗਾ ਜੀ। ਤੁਸੀਂ ਵਧਾਈ ਦੇ ਪਾਤਰ ਹੋ ਦੋਵੇਂ ਸਾਥੀ, ਬਹੁਤ ਵਧੀਆ ਕਰ ਰਹੇ ਹੋ, ਤੁਹਾਡਾ ਬਹੁਤ ਬਹੁਤ ਧੰਨਵਾਦ। ਬਹੁਤ ਬਹੁਤ ਸੁਰਿੰਦਰ ਜੀ ਤੁਹਾਡਾ ਧੰਨਵਾਦ, ਤੁਸੀਂ ਜਿਹੜਾ ਹੈਗਾ ਫੋਨ ਕਾਲ ਕੀਤੀ ਆ। ਵੀਰ ਜੀ ਉੱਦਾਂ ਤਾਂ ਆਪਾਂ ਜਿਵੇਂ ਤੁਸੀਂ ਜ਼ਿਕਰ ਕੀਤਾ ਕਿ 2008 ਦੇ ਵਿੱਚ ਲਾਗੂ ਹੋ ਗਿਆ ਸੀਗਾ, ਇਹ ਕਾਨੂੰਨ ਇੰਨਾ ਨਵਾਂ ਨਹੀਂ ਹੈਗਾ, ਪਰ ਮੇਰਾ ਖਿਆਲ ਜਦੋਂ ਮੈਂ ਇਸ ਸ਼ਬਦ ਦੀ ਵਰਤੋਂ ਕਰ ਰਿਹਾ ਮੈਂ ਇਸ ਕਰਕੇ ਕਰ ਰਿਹਾ ਕਿ ਸਾਡੇ ਬਹੁਤ ਸਾਰੇ ਜਿਹੜੇ ਭੈਣ ਭਰਾ ਹੈਗੇ ਆ, ਬਹੁਤ ਵੱਡੀ ਗਿਣਤੀ ਜਿਹੜੀ ਹੈਗੀ ਆ, ਉਹਨਾਂ ਨੂੰ ਇਸ ਕਾਨੂੰਨ ਦੇ ਬਾਰੇ ਜਿਹੜਾ ਹੈਗਾ ਨਹੀਂ ਪਤਾ। ਸੋ ਹੋ ਸਕਦਾ ਉਹਨਾਂ ਨੂੰ ਇਹ ਇਨਫੋਰਮੇਸ਼ਨ ਜਿਹੜੀ ਆ ਉਹ ਨਵੀਂ ਲੱਗੇ। ਸੋ ਵਿਧੀ ਇਹ ਜਿਹੜੇ ਬੰਦੇ ਜੇ ਇਹਦੇ ਵਿੱਚ ਫਸਦੇ ਆ, ਮੰਨ ਲਓ ਕੋਰਟ ਦੇ ਵਿੱਚ ਕੇਸ ਜਾਂਦਾ ਤੇ ਕੋਈ ਸਾਡੇ ਕੋਲ ਇਦਾਂ ਦੀ ਹੈਗੀ ਵੀ ਇਹਨਾਂ ਨੂੰ ਕੀ ਪੈਨਲਟੀ ਹੋ ਸਕਦੀ ਆ, ਕੀ ਇਹਨਾਂ ਨੂੰ ਸਜ਼ਾ ਮਿਲ ਸਕਦੀ ਆ, ਕੋਈ ਇਦਾਂ ਦੀ ਜਾਣਕਾਰੀ ਸਾਡੇ ਦਰਸ਼ਕਾਂ ਨਾਲ ਤੁਸੀਂ ਜਿਹੜੀ ਸਾਂਝੀ ਕਰਨੀ ਚਾਹੋ? ਹਾਂ, ਮਤਲਬ ਇਹਨਾਂ ਦਾ ਜਿਹੜਾ ਹੈ ਕਹਿੰਦੇ ਵੀ ਕੋਰਟ ਦੇ ਵਿੱਚ ਇਹਨਾਂ ਨੂੰ ਜਿਹੜਾ ਫਾਈਨ ਆ ਉਹ 5000 ਜਿਹੜਾ ਪਾਉਂਡ ਤੱਕ ਹੋ ਸਕਦਾ ਹੈਗਾ ਜੀ, ਤੇ ਕਰਾਊਨ ਕੋਰਟ ਦੇ ਵਿੱਚ ਜਿਹੜਾ ਅਨਲਿਮਿਟਿਡ ਫਾਈਨ ਹੋ ਸਕਦਾ ਤੇ ਜਿਹੜੀ 2 ਸਾਲ ਦੀ ਸਜ਼ਾ ਹੋ ਸਕਦੀ ਜਾਂ ਦੋਨੇ ਹੀ ਹੋ ਸਕਦੇ ਆ। ਅੱਛਾ ਜੀ, ਹਾਂਜੀ। ਇਹ ਜਿਹੜਾ ਮੈਜਿਸਟ੍ਰੇਟ ਕੋਰਟ ਦਾ ਜਿਹੜਾ ਮੈਜਿਸਟ੍ਰੇਟ ਕੋਰਟ ਮੈਕਸਿਮਮ ਫਾਈਨ ਆਫ 5000 ਐਟ ਦਾ ਕਰਾਊਨ ਕੋਰਟ ਐਨ ਅਨਲਿਮਿਟਿਡ ਫਾਈਨ ਔਰ ਇੰਪ੍ਰਿਜ਼ਨਮੈਂਟ ਫॉर ਅਪ ਟੂ 2 years ਔਰ ਬੋਥ। ਠੀਕ ਆ, ਠੀਕ ਆ। ਤੇ ਇਹ ਮੰਨ ਲਓ ਜਿਹੜਾ ਹੈਗਾ ਜਿਨ੍ਹਾਂ ਕੇਸਾਂ ਦਾ ਤੁਸੀਂ ਪਿੱਛੇ ਜ਼ਿਕਰ ਕਰਕੇ ਆਏ ਆ, ਜਿਹੜਾ ਨਈਮ ਬਾਬਾ ਸੀਗਾ ਤੇ ਇੱਕ ਰੌਣਕ ਬਾਬਾ, ਰੌਣਕ ਬਾਬਾ ਸੀਗਾ, ਤੇ ਉਹਦੀ ਜਿਹੜੀ 8-9 ਸਾਲ ਦੀ ਮੇਰੇ ਖਿਆਲ ਉਹਨੂੰ 9 ਸਾਲ ਦੀ ਸਜ਼ਾ ਹੋਈ ਸੀ ਜੀ, ਤੇ ਉਹ ਮਤਲਬ ਕਰਾਊਨ ਕੋਰਟ ਸੀਗਾ ਲੈਸਟਰ ਦੇ ਵਿੱਚ ਸਜ਼ਾ ਹੋਈ ਹੈ। ਠੀਕ ਆ। ਔਰ ਉਹਨੂੰ 9 ਸਾਲ ਤੋਂ ਬਾਅਦ 5 ਸਾਲ ਦੀ ਹੋਰ ਵੀ ਹੋਈ ਸੀ, ਪਰ ਉਹਦੇ 'ਚ ਇਹ ਹੋਇਆ ਕਿ ਉਹਨਾਂ ਨੇ ਉਹਦੇ ਨਾਲ ਹੀ ਉਹਨੂੰ ਸ਼ੁਰੂ ਕਰ ਦਿੱਤਾ, ਨਹੀਂ ਤੇ 14 ਸਾਲ ਬਣ ਜਾਣੇ ਸੀਗੇ। ਅੱਛਾ ਜੀ, ਉਹ ਸਜ਼ਾ ਫਿਰ ਨਾਲ ਦੀ ਨਾਲ ਉਹ ਇਕੱਠੀਆਂ ਜਿਹੜੀਆਂ। ਠੀਕ ਆ ਵੀਰ ਜੀ, ਆਪਾਂ ਹੋਰ ਗੱਲ ਕਰਨ ਤੋਂ ਪਹਿਲਾਂ ਮੈਂ ਇਹ ਚਾਹੁੰਦਾ ਕਿ ਅਗਰ ਕੋਈ ਆਪਣਾ ਤੁਹਾਡਾ ਜਿਹੜੀ ਹੈਗੀ ਇਨਫੋਰਮੇਸ਼ਨ ਆ ਤੁਸੀਂ ਸਾਂਝੀ ਕਰਨੀ ਚਾਹੁੰਦੇ ਹੋਵੋ, ਜਿਹੜੀ ਆਪਣਾ ਨਹੀਂ ਸਾਂਝੀ ਕੀਤੀ, ਤੁਸੀਂ ਉਹਦੇ ਬਾਰੇ ਦੱਸ ਦਿਓ ਸਾਡੇ ਦਰਸ਼ਕਾਂ ਨੂੰ। ਇੱਕ ਮੈਂ ਇਹ ਚਾਹੁੰਦਾ ਕਿ ਤੁਸੀਂ ਜਿਹੜਾ ਹੈਗਾ ਬਰਮਿੰਘਮ ਟ੍ਰੇਡਿੰਗ ਸਟੈਂਡਰਡ ਦਾ ਉਹਨਾਂ ਨੇ ਇੱਕ ਤਰਸ਼ੀ ਸੁਸਾਇਟੀ ਦੇ ਨਾਲ ਇੱਕ ਸਾਂਝੀ ਕਮਿਊਨੀਕੇਸ਼ਨ ਵੀ ਜਿਹੜੀ ਸੀਗੀ ਉਹ ਕੱਢੀ ਸੀ। ਕਮਿਊਨੀਕੇਸ਼ਨ ਤੋਂ ਮਤਲਬ ਇਹ ਸੀਗਾ ਕਿ ਉਹਨਾਂ ਨੇ ਇੱਕ ਇਸ਼ਤਿਹਾਰ ਸਾਂਝੀ ਸਟੇਟਮੈਂਟ ਬਣਾਈ ਸੀਗੀ। ਸੋ ਮੈਂ ਚਾਹੁੰਦਾ ਕਿ ਥੋੜ੍ਹੇ ਜਿਹਾ ਇਹਦੇ ਬਾਰੇ ਵੀ ਸਾਡੇ ਦਰਸ਼ਕਾਂ ਨੂੰ ਇਹਦੀ ਜਾਣਕਾਰੀ ਦਿਓ। ਇਹਦਾ ਕਾਰਨ ਵੀ ਇਹ ਹੈਗਾ ਕਿ ਬਹੁਤ ਸਾਰੇ ਭੈਣ ਭਰਾ ਜਿਹੜੇ ਹੈਗੇ ਆ ਜਿਨ੍ਹਾਂ ਦਾ ਕੋਈ ਇਹਦੇ ਵਿੱਚ ਬਹੁਤਾ ਕੰਟਰੀਬਿਊਸ਼ਨ ਨਹੀਂ ਹੈਗਾ, ਤੇ ਉਹ ਖੜੇ ਹੋ ਕੇ ਇਹ ਕਹਿੰਦੇ ਆ ਜੀ ਇਹ ਕਾਨੂੰਨ ਜਿਹੜਾ ਹੈਗਾ ਉਹ ਅਸੀਂ ਬਣਵਾਇਆ ਤੇ ਅਸੀਂ ਬਦਲਾਇਆ, ਤੇ ਹੁਣ ਜਿਹੜਾ ਰਾਬਤਾ ਆ ਉਹ ਸਾਨੂੰ ਕਰੋ। ਸੋ ਮੈਂ ਥੋੜ੍ਹਾ ਜਿਹਾ ਚਾਹੁੰਦਾ ਕਿ ਤੁਸੀਂ ਇਹਦਾ ਪਿਛੋਕੜ ਥੋੜ੍ਹਾ ਜਿਹਾ ਦੱਸ ਦਿਓ ਕਿ ਇਹ ਜਿਹੜੀ ਸਟੇਟਮੈਂਟ ਆ ਉਹ ਕਿੱਦਾਂ ਹੋਣ ਦੇ ਵਿੱਚ ਆਈ, ਤੇ ਇਹ ਸਟੇਟਮੈਂਟ ਅਸਲ ਦੇ ਵਿੱਚ ਹੈ ਕੀ। ਅਸੀਂ ਮਤਲਬ ਲਗਾਤਾਰ ਨਵਦੀਪ ਜੀ ਉਹ ਟ੍ਰੇਡਿੰਗ ਸਟੈਂਡਰਡ ਨਾਲ ਮਤਲਬ ਕੰਟੈਕਟ ਰੱਖ ਰਹੇ ਸੀ ਬਰਮਿੰਘਮ ਵਿੱਚ ਜੀ, ਤੇ ਜਦੋਂ 2010 ਦਾ ਵੀ ਮਤਲਬ ਜਿਹੜਾ ਵੁਲਵਰਹੈਂਪਟਨ ਕਰਾਊਨ ਕੋਰਟ ਵਿੱਚ ਮਤਲਬ ਹੋਇਆ ਹੈਗਾ, ਤੇ ਉਦੋਂ ਸੈਂਡਵਿਲ ਦੇ ਥੱਲੇ ਆਉਂਦਾ ਸੀ ਉਹ ਏਰੀਆ ਜੀ, ਤੇ ਬਰਮਿੰਘਮ ਟ੍ਰੇਡਿੰਗ ਸਟੈਂਡਰਡ ਦੇ ਨਾਲ ਖਾਸ ਕਰਕੇ ਉਸ ਸਮੇਂ ਦਾ ਜਿਹੜਾ ਹੈਡ ਆਫ ਦਾ ਬਰਮਿੰਘਮ ਟ੍ਰੇਡਿੰਗ ਸਟੈਂਡਰਡ ਕ੍ਰਿਸ ਨੈਵਿਲ ਸੀਗਾ ਜੀ, ਤੇ ਉਹਨੇ ਮਤਲਬ ਆਪਣੇ ਪ੍ਰੋਗਰਾਮਾਂ ਤੇ ਆ ਕੇ ਇਹਦੇ ਬਾਰੇ ਲੋਕਾਂ ਨੂੰ ਜਾਣਕਾਰੀ ਮਤਲਬ ਦਿੰਦਾ ਸੀਗਾ ਜੀ। ਤੇ ਉਸ ਵੇਲੇ ਫਿਰ ਉਹ ਤੋਂ ਬਾਅਦ ਸਜੀਲਾ ਨਾਸੀਰ ਮਤਲਬ ਬਣੀ ਹੈਡ ਆਫ ਦਾ ਟ੍ਰੇਡਿੰਗ ਸਟੈਂਡਰਡਸ ਹਾਂਜੀ, ਤਾਂ ਫਿਰ ਉਦੋਂ ਮਤਲਬ ਕ੍ਰਿਸ ਨੈਵਿਲ ਦੇ ਟਾਈਮ ਤੇ ਆ ਜਿਹੜਾ ਸੀਗਾ ਮਤਲਬ ਉਹਨਾਂ ਨੇ ਸਟੇਟਮੈਂਟ ਸਾਂਝੀ ਮਤਲਬ ARSB ਦੇ ਨਾਲ ਬਣਾਈ ਸੀ, ਏਸ਼ੀਅਨ ਰੈਸ਼ਨਲ ਸੁਸਾਇਟੀ ਦੇ ਨਾਲ ਜੀ। ਤੇ ਜੇ ਮੈਂ ਇਹ ਪੜ੍ਹ ਕੇ ਸੁਣਾਵਾਂ ਤੇ ਮੇਰੇ ਖਿਆਲ ਸਾਡੇ ਉਹ ਦਰਸ਼ਕ ਜਿਹੜੇ ਮਤਲਬ ਯੰਗ ਹੈਗੇ ਨੇ ਜਿਹੜੇ ਆਪਣੇ ਮਮ ਡੈਡ ਨੂੰ ਵੀ ਦੱਸ ਸਕਦੇ ਨੇ ਮੈਂ ਅਸੀਂ ਕੀ ਕਿਹਾ ਹੈ, ਮੇਰੇ ਖਿਆਲ ਵੀ ਮੈਂ ਇਹਨੂੰ ਜੇ ਪੜ੍ਹ ਦੇਵਾਂ ਤੇ 2 ਮਿੰਟ ਬਹੁਤ ਵਧੀਆ। ਹਾਂਜੀ ਬਿਲਕੁਲ ਬਿਲਕੁਲ। ਹਾਂਜੀ ਹਾਂਜੀ। ਬਰਮਿੰਘਮ ਟ੍ਰੇਡਿੰਗ ਸਟੈਂਡਰਡਸ ਵਾਰਨਿੰਗ ਮਿਸਲੀਡਿੰਗ ਐਡਵਰਟਾਈਜ਼ਮੈਂਟਸ ਜੀ, ਇਹ ਹੈਡਿੰਗ ਹੈ। ਤੇ ਬਰਮਿੰਘਮ ਟ੍ਰੇਡਿੰਗ ਸਟੈਂਡਰਡਸ ਆਰ ਵਾਰਨਿੰਗ ਮੈਂਬਰਸ ਆਫ ਦਾ ਪਬਲਿਕ ਟੂ ਬੀ ਵੇਰੀ ਅਬਾਊਟ ਐਡਵਰਟਸ that they see placed in papers and magazines. The offer to solve the multitude of problems
हाँ जी. In general, the adverts will state that for a fee, हाँ जी. they will solve your problems, which could include problems to do with love, हाँ जी. marriage, business, bad luck, जी. black magic, court proceedings, sexual problems, and a host of other issues besides. Some offer 100% guarantees to solve these problems. जी. The people who advertise their services are known by a variety of terms, including faith healers, spiritual healers, and or witch doctors. हाँ जी. Birmingham trading standards are concerned that some of the claims that are made may be false हाँ जी. or misleading. Yeah. Traders that make claims that cannot be substantiated हाँ जी. could face criminal prosecution, which could result in a fine and or imprisonment. जी. We would urge people who feel they have been misled or who are considering using the services of these traders to contact Birmingham Trading Standards. जी. The number has now changed, but we can give you the numbers. Or the Asian Rationalist Society on 07786 150 हाँ जी. or 07989303961 ਜੀ. for advice and assistance. ਜੀ. हाँ जी. ਇਹਦੇ ਵਿੱਚ ਉਹਨਾਂ ਨੇ ਇਹੀ ਦੱਸਿਆ ਹੈਗਾ ਵੀ ਜਿਹੜਾ ਤੁਸੀਂ ਕੀ ਆ ਕਿੱਦਾਂ ਕਰ ਸਕਦੇ ਆ, ਸੋ ਇਹਦੇ ਬਾਰੇ ਤੁਸੀਂ ਮੇਰੇ ਖਿਆਲ ਚੰਗੀ ਤਰ੍ਹਾਂ ਸਮਝ ਲਿਆ ਹੋਊਗਾ. ਇੱਕ ਗੱਲ ਵਿਧੀ ਜੀ ਇਹਦੇ ਵਿੱਚ ਜਿਹੜੀ ਬਹੁਤ ਇੰਪੋਰਟੈਂਟ ਆ ਕਿ ਜਿੱਥੇ ਵੀ ਕੋਈ ਬੰਦਾ ਜਿਹੜਾ ਖਾਸ ਕਰਕੇ ਤੁਹਾਨੂੰ 100% ਗਰੰਟੀ ਦੇ ਰਿਹਾ, ਤੁਹਾਨੂੰ ਜਦੋਂ ਉਹ ਸਰਵਿਸ ਦੇ ਰਿਹਾ, ਤੁਹਾਨੂੰ 100% ਤੁਸੀਂ ਜੀ ਲੋਟਰੀ ਜਿੱਤੋਗੇ, 100% ਤੁਹਾਡਾ ਆਹਾ ਹੋ ਜਾਊਗਾ, ਉਹ ਕਈ ਵਾਰੀ ਜਿੱਦਾਂ ਉਹ ਕਹਿੰਦੇ, ਆਪਾਂ ਪਹਿਲਾਂ ਗੱਲ ਕੀਤੀ ਸੀ ਕਿ ਡਿਸਫੰਕਸ਼ਨ ਦੀ ਗੱਲ ਕੀਤੀ ਸੀ, ਕੋਈ ਤੁਹਾਡਾ ਅੰਗ ਖਰਾਬ ਹੈ ਉਹਨੂੰ ਮੁੜ ਕੇ ਠੀਕ ਕਰਨਾ, ਅਸੀਂ ਜੀ 100% ਤੁਹਾਨੂੰ ਗਰੰਟੀ ਦਿੰਦੇ ਹਾਂ. ਬਹੁਤ ਸਾਰੀਆਂ ਐਡਵਰਟਾਈਜ਼ਮੈਂਟਸ ਇੱਦਾਂ ਦੀਆਂ ਵੀ ਆ ਰਹੀਆਂ ਸਾਡੇ ਦੇਖਣ ਦੇ ਵਿੱਚ, ਜਿੱਥੇ ਇਹ ਲਿਖਿਆ ਹੁੰਦਾ ਕਿ ਤੁਹਾਡੀ ਡਾਇਬੀਟੀਜ਼ ਜਿਹੜੀ ਆ ਉਹ 100% ਜਿਹੜੀ ਆ ਉਹ ਠੀਕ ਹੋ ਜਾਊਗੀ. ਸੋ ਸਾਡੇ ਭੈਣਾਂ ਭਰਾਵਾਂ ਨੂੰ, ਸਾਡੇ ਦਰਸ਼ਕਾਂ ਨੂੰ ਇਹੀ ਗੁਜ਼ਾਰਿਸ਼ ਹੈਗੀ ਆ ਕਿ ਅਗਰ ਤੁਸੀਂ 100% ਵਾਲਾ ਜਿਹੜਾ ਉਹ ਦੇਖਦੇ ਆ ਤੇ ਉਹ ਤੁਹਾਡੇ ਉਦੋਂ ਹੀ ਜਿਹੜੇ ਆ ਕੰਨ ਆ ਉਹ ਖੜੇ ਹੋ ਜਾਣੇ ਚਾਹੀਦੇ ਆ ਕਿ ਇਹ ਧੋਖੇ ਵਾਲਾ ਕੰਮ ਆ. ਇੱਕ ਗੱਲ ਵਿਧ ਜੀ ਜਿਹੜੀ ਮੈਂ ਇਹਨਾਂ ਡਾਕੂਮੈਂਟਸ ਦੇ ਵਿੱਚ ਹੈਗੀ ਆ, ਜਿਹੜਾ ਉਹਨਾਂ ਨੇ ਪ੍ਰੋਡਿਊਸ ਕੀਤਾ ਸੀਗਾ 2008 ਦੇ ਵਿੱਚ, ਉਹਦੇ ਵਿੱਚ ਉਹ ਇਹ ਗੱਲ ਵੀ ਕਰਦੇ ਹੈਗੇ ਆ ਕਿ ਜਿੱਥੇ ਤੁਸੀਂ ਬਹੁਤ ਸਾਰੇ ਜਿਹੜੇ ਕਲੇਮ ਇੱਦਾਂ ਦੇ ਹੈਗੇ ਆ ਕਿ ASA ਜਿਹੜਾ ਐਡਵਰਟਾਈਜ਼ਿੰਗ, ਹਾਂਜੀ, ਜੇ ਆਪਾਂ ਇਹ ਵੀ ਦਰਸ਼ਕਾਂ ਨਾਲ ਜ਼ਰੂਰ ਸਾਂਝੀ ਕਰ ਲਈਏ. The police can enforce the fraud act. The Advertising Standards Authority, ASA ਇਹਨੂੰ ਕਹਿੰਦੇ ਨੇ ਜੀ. All marketing communications should be legal, decent, honest and truthful. ਜੀ. And must comply with the Advertising Standards Authority's code जी. for non-broadcast media. जी. There is an obligation on newspapers to comply with the code. हाँ जी. The ASA can ask a newspaper to remove an advert that does not comply with the code. Yeah. हाँ जी. ਉਹਦੇ ਵਿੱਚ ਇਹਨਾਂ ਸ਼ਰਤਾਂ ਦੇ ਵਿੱਚ ਇਹ ਵੀ ਆਉਂਦਾ ਕਿ ਜਿਹੜਾ ਬੰਦਾ ਇਹ ਐਡਵਰਟਾਈਜ਼ ਕਰਦਾ ਜੀ ਕਿ ਮੈਂ ਫਲਾਨੀ ਸੰਸਥਾ ਦਾ ਮੈਂਬਰ ਆ, ਪਰ ਉਹ ਹੈ ਨਹੀਂ, ਜਾਂ ਕਈ ਵਾਰੀ ਬਹੁਤ ਸਾਰੀਆਂ ਇਸ਼ਤਿਹਾਰ ਇੱਦਾਂ ਦੇ ਦੇਖਣ ਦੇ ਵਿੱਚ ਆਉਂਦੇ ਆ ਜਿੱਥੇ ਲਿਖਿਆ ਹੁੰਦਾ ਜੀ ਮੈਂ ਤਾਂ ਭਾਰਤ ਸਰਕਾਰ ਵੱਲੋਂ ਮੈਨੂੰ 2 ਗੋਲਡ ਮੈਡਲ ਮਿਲੇ ਆ, ਉਹ ਗੋਲਡ ਮੈਡਲ ਕਾਹਦੇ ਮਿਲੇ ਆ ਕਿਸੇ ਨੂੰ ਕੋਈ ਪਤਾ ਨਹੀਂ ਹੈਗਾ. ਸੋ ਅਗਰ ਇੱਦਾਂ ਦੀਆਂ ਤੁਸੀਂ ਉਹ ਚੀਜ਼ਾਂ ਦੇਖਦੇ ਆ ਜਾਂ ਉਹ ਬੰਦੇ ਨੇ ਇੱਦਾਂ ਦੇ ਕੋਈ ਕਲੇਮ ਕੀਤੇ ਹੈਗੇ ਆ ਤੇ ਉਹਦੇ ਵਿੱਚ ਤੁਹਾਡਾ ਜਿਹੜਾ ਕੇਸ ਪ੍ਰੂਵ ਕਰਨਾ ਆ ਉਹ ਬਹੁਤ ਹੱਦ ਤੱਕ ਜਿਹੜਾ ਤੁਹਾਡਾ ਉਹ ਸੌਖਾ ਹੋ ਜਾਂਦਾ ਕਿ ਅਗਲੇ ਬੰਦੇ ਦੀ ਨੀਤ ਵੀ ਜ਼ਾਹਰ ਹੋ ਜਾਂਦੀ ਹੈ ਕਿ ਉਹਨੇ ਤੁਹਾਨੂੰ ਧੋਖਾ ਦੇਣ ਦੇ ਲਈ ਜਿਹੜੀਆਂ ਗਲਤ ਇਨਫੋਰਮੇਸ਼ਨ ਜਿਹੜੀਆਂ ਹੈਗੀਆਂ ਆਪਣੇ ਬਾਰੇ, ਆਪਣੀ ਸਰਵਿਸਿਜ਼ ਬਾਰੇ ਉਹ ਤੁਹਾਨੂੰ ਦਿੱਤੀਆਂ, ਔਰ ਉਹਦੇ ਬੇਸ 'ਤੇ ਤੁਸੀਂ ਉਹ ਜਿਹੜਾ ਫੈਸਲਾ ਲਿਆ ਕਿ ਤੁਸੀਂ ਉਹ ਬੰਦੇ ਨੂੰ ਜਿਹੜਾ ਹੈਗਾ ਉਹ ਪੈਸੇ ਦਿਓ, ਪੈਸੇ ਦੇ ਕੇ ਤੇ ਤੁਸੀਂ ਆਪਣੀ ਜਿਹੜੀ ਤੁਹਾਡੀ ਲੁੱਟ ਹੋਈ ਆ ਉਹ ਉਹਦੇ ਤੋਂ ਵੀ ਜਿਹੜਾ ਜ਼ਾਹਰ ਹੁੰਦਾ. ਮਤਲਬ ਨਵਦੀਪ ਜੀ ਬਿਲਕੁਲ ਹਾਂਜੀ ਵਿਧੀ ਜੀ, ਹਾਂ ਆਪਣੇ ਕੋਲ ਪੌਣੇ 3 ਮਿੰਟ ਦਾ ਸਮਾਂ ਆ, ਤੁਹਾਡੇ ਕੋਲ ਹੀ ਹੁਣ ਸਮਾਂ ਹੈਗਾ, ਤੁਸੀਂ ਜਿਹੜੀ ਵੀ ਗੱਲ ਕਹਿਣੀ ਚਾਹੁੰਦੇ ਆ ਮੈਂ ਨਹੀਂ ਪੁੱਛ ਸਕਿਆ ਉਹ ਤੁਸੀਂ ਸਾਡੇ ਦਰਸ਼ਕਾਂ ਨਾਲ ਜ਼ਰੂਰ ਸਾਂਝੀ ਕਰੋ.
ਮੇਰਾ ਮਤਲਬ ਇਹ ਪੁਆਇੰਟ ਹੈਗਾ ਕਿ ਸਾਡੇ ਦਰਸ਼ਕਾਂ ਨੂੰ ਇਹ ਗੱਲ ਮਤਲਬ ਜ਼ਰੂਰ ਜਾਣਨੀ ਚਾਹੀਦੀ ਹੈ ਕਿ ਅਸੀਂ ਆਪਣੇ ਆਪ ਨੂੰ ਪਛਾਣੀਏ, ਆਪਣੇ ਆਪ ਤੇ ਭਰੋਸਾ ਕਰੀਏ ਕਿ ਤੁਹਾਡੇ ਕੋਲ ਵੀ ਉਨੀਆਂ ਹੀ ਤਾਕਤਾਂ ਨੇ ਜਿੰਨੀਆਂ ਹੋਰ ਕਿਸੇ ਬੰਦੇ ਕੋਲ ਹੈਗੀਆਂ। ਇਹ ਲੁੱਟਣ ਵਾਲੇ ਜਿਹੜੇ ਆ, ਜੇ ਸੱਚੀ ਇਹਨਾਂ ਕੋਲ ਤਾਕਤਾਂ ਹੋਣ ਤਾਂ ਇਹ ਜੇਲ੍ਹ ਵਿੱਚ ਨਾ ਜਾਣ। ਬਿਲਕੁਲ। ਪਰ ਇਹ ਉਨਾ ਚਿਰ ਤੱਕ ਲੁੱਟਦੇ ਰਹਿਣਗੇ ਜਦੋਂ ਤੱਕ ਅਸੀਂ ਜਾਂ ਸਾਡੀ ਕਮਿਊਨਿਟੀ ਜਾਂ ਸਾਡੇ ਲੋਕ ਸਮੇਂ ਦੇ ਹਾਣੀ ਨਹੀਂ ਬਣਦੇ। ਸਮੇਂ ਦੇ ਹਾਣੀ ਬਣਨ ਤੋਂ ਸਾਡਾ ਮਤਲਬ ਹੈ ਕਿ ਤੁਹਾਡੀ ਜਿਹੜੀ ਸੋਚ ਹੈ ਉਹ ਰੈਸ਼ਨਲ ਹੋਣੀ ਚਾਹੀਦੀ ਆ, ਉਹ ਤਰਕਸ਼ੀਲ ਹੋਣੀ ਚਾਹੀਦੀ ਆ। ਕਿਉਂ ਤਰਕਸ਼ੀਲ ਹੋਣੀ ਚਾਹੀਦੀ ਆ? ਅਸੀਂ ਇਸ ਮੁਲਕ ਵਿੱਚ ਇਸ ਕਰਕੇ ਆ ਕਿ ਜਿਨ੍ਹਾਂ ਮੁਲਕਾਂ ਦੀ ਸੋਚ ਤਰਕਸ਼ੀਲ ਹੈ ਉਹਨਾਂ ਮੁਲਕਾਂ ਵਿੱਚ ਸਾਇੰਸ ਨੇ ਡਿਵੈਲਪ ਕੀਤਾ, ਉੱਥੇ ਸਾਇੰਸਦਾਨ ਪੈਦਾ ਹੋਏ ਨੇ। ਇਹ ਫੈਸਿਲਿਟੀਆਂ ਜਿਹੜੀਆਂ ਅਸੀਂ ਦੇਖ ਰਹੇ ਹਾਂ ਤੁਹਾਡੇ ਨਾਲ, ਮਤਲਬ ਜਿਹੜਾ ਸਾਂਝ ਦੁਨੀਆ 'ਚ ਆਹ ਪੈ ਰਹੀ ਆ, ਇਹ ਟੈਲੀਵਿਜ਼ਨ ਦੇ ਜ਼ਰੀਏ ਨਾਲ, ਲਾਈਟਾਂ ਨਾਲ, ਕਮਿਊਨੀਕੇਸ਼ਨ, ਅਸੀਂ ਆਪਣੇ ਸਮੇਂ ਦੇ ਦੌਰਾਨ ਮਤਲਬ ਇਹਨਾਂ 40-50 ਸਾਲਾਂ ਦੇ ਵਿੱਚ ਜੱਕੇ ਤੋਂ ਜਹਾਜ਼ ਤੱਕ ਦਾ ਸਫ਼ਰ ਮਤਲਬ ਦੇਖਿਆ ਹੈਗਾ। ਇਹ ਤਾਂ ਹੀ ਪੋਸੀਬਲ ਹੋ ਸਕਿਆ ਕਿ ਜਿਹੜੇ ਲੋਕ ਮਤਲਬ ਤਰਕਸ਼ੀਲ ਸੋਚ ਅਪਣਾਉਂਦੇ ਨੇ ਉਹੀ ਸਾਇੰਸ ਵੱਲ ਵੱਧਦੇ ਨੇ। ਕਿ ਤਰਕਸ਼ੀਲਤਾ ਇੱਕ ਇੱਦਾਂ ਦੀ, ਮਤਲਬ ਮੈਂ ਕਹੂੰਗਾ ਕਿ ਚਾਬੀ ਆ ਜੋ ਕੁਦਰਤ ਦੇ ਭੇਦਾਂ ਨੂੰ ਖੋਲ੍ਹਣ 'ਚ ਤੁਹਾਡੀ ਮਦਦ ਕਰਦੀ ਆ, ਤੁਹਾਨੂੰ ਆਪਣੇ ਆਪ ਨੂੰ ਸਮਝਣ 'ਚ ਤੁਹਾਡੀ ਮਦਦ ਕਰਦੀ ਆ। ਜਿੱਥੇ ਮਤਲਬ ਅੱਜ ਕੱਲ੍ਹ ਅਸੀਂ ਇਹ ਦੇਖਦੇ ਹਾਂ ਕਿ ਸਾਡੇ ਪਰਿਵਾਰਕ ਰਿਸ਼ਤੇ ਟੁੱਟ ਰਹੇ ਨੇ, ਕਿੰਨਾ ਕੁਛ 21ਵੀਂ ਸਦੀ ਵਿੱਚ ਸਾਨੂੰ ਬਦਲਣ ਦੀ ਲੋੜ ਹੈ। ਕਿ ਸਾਨੂੰ ਮਤਲਬ ਇਹ ਅਸੀਂ ਉਨਾ ਚਿਰ ਨਹੀਂ ਕਰ ਸਕਦੇ ਜਦੋਂ ਤੱਕ ਅਸੀਂ ਸਮੇਂ ਦੇ ਹਾਣੀ ਨਹੀਂ ਬਣਦੇ। ਜਿੱਥੇ ਤਰਕਸ਼ੀਲ ਸੁਸਾਇਟੀ ਤੁਹਾਡੀ ਮਦਦ ਕਰ ਸਕਦੀ ਹੈ ਉੱਥੇ ਹਰ ਵੇਲੇ ਤੁਹਾਡੇ ਨਾਲ ਮਦਦ ਕਰਨ ਲਈ ਤਿਆਰ ਹੈ। ਪਰ ਤੁਸੀਂ ਸਾਡੇ ਨਾਲ ਰਾਬਤਾ ਕਰ ਸਕਦੇ ਹੋ। ਤੁਹਾਡਾ ਕੇਸ, ਤੁਹਾਡੀ ਗੱਲ ਜਿਹੜੀ ਆ ਉਹ ਵੀ ਗੁਪਤ ਰੱਖੀ ਜਾਊਗੀ। ਹਰ ਚੀਜ਼ ਜਿਹੜੀ ਹੈ ਜੋ ਇੱਥੇ ਦੇ ਕਾਨੂੰਨ ਦੇ ਮੁਤਾਬਕ ਹੈ ਉਸੇ ਢੰਗ ਨਾਲ ਤੁਹਾਡੇ ਨਾਲ ਡੀਲ ਕੀਤਾ ਜਾਊਗਾ। ਵਿਧੀ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਕਿ ਤੁਸੀਂ ਸਮਾਂ ਕੱਢ ਕੇ ਦਰਸ਼ਕਾਂ ਦੇ ਨਾਲ ਸਾਂਝ ਪਾਉਣ ਲਈ ਹਾਜ਼ਰ ਹੋਏ ਹੋ ਔਰ ਤੁਸੀਂ ਇਸ ਨਵੇਂ ਕਾਨੂੰਨ ਬਾਰੇ ਜਿਹੜੀ ਹੈਗੀ ਆ ਉਹ ਭਰਪੂਰ ਜਾਣਕਾਰੀ ਸਾਡੇ ਦਰਸ਼ਕਾਂ ਨੂੰ ਦਿੱਤੀ ਆ। ਮੈਂ ਉਮੀਦ ਕਰਦਾ ਕਿ ਸਾਡੇ ਦਰਸ਼ਕਾਂ ਨੂੰ ਅੱਜ ਦੀ ਜਿਹੜੀ ਜਾਣਕਾਰੀ ਉਹ ਬਹੁਤ ਵਧੀਆ ਲੱਗੀ ਹੋਊਗੀ ਔਰ ਉਹਨਾਂ ਦੇ ਲਈ ਲਾਭਦਾਇਕ ਵੀ ਹੋਊਗੀ। ਅਗਰ ਉਹਨਾਂ ਨੂੰ ਖੁਦ ਨੂੰ ਲੋੜ ਨਹੀਂ ਹੈ ਤਾਂ ਉਹ ਜਿਸ ਵੀ ਕਿਸੇ ਹੋਰ ਵਿਅਕਤੀ ਨੂੰ ਜਾਣ ਪਛਾਣਦੇ ਨੇ ਉਹਨਾਂ ਨੂੰ ਉਹ ਜਾਣਕਾਰੀ ਸਾਂਝੀ ਕਰਨ। ਇਹਨਾਂ ਸ਼ਬਦਾਂ ਦੇ ਨਾਲ ਅਸੀਂ ਇਜਾਜ਼ਤ ਲੈਂਦੇ ਹਾਂ। ਧੰਨਵਾਦ।